ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਹਜੂਰ ਕਿਰਪਾ ਕਰਨੀ ਦੀਨ ਕੇ ਦਾਤੇ। ਖਾਲਸਾ मेरो रूप है खास, खालसे में हो करो निवास। खालसा मेरो मुख है अंगा, खालसे के हो सद सद संगा। जब लग खालसा रहे न्यारा, तब लग तेज देहूँ मैं सारा। धन गुरु नानक साहिब जी, धन धन गुरु ग्रंथ साहिब जी महाराज। वाहिगुरु जी का खालसा, वाहिगुरु जी की फतेह। ਸਿੱਧਗੋਸ਼ਤੀ ਬਾਣੀ ਦੀ ਵਿਚਾਰ। ਕੁਝ ਸਮੇਂ ਤੋਂ ਅਸੀਂ ਉਹਨਾਂ ਦੇ ਦਰਸ਼ਨ ਵਿੱਚ ਉਤਰੇ ਹਾਂ। ਅਸੀਂ 57 ਪਦੇ ਕਰ ਚੁੱਕੇ ਹਾਂ। ਅੱਜ 3 ਅਗਲੇ ਪਦੇ ਇਕੱਠੇ ਲੈਣੇ ਬਣਨਗੇ, ਕਿਉਂਕਿ ਇਹਦੇ ਵਿੱਚ ਕੁਝ ਪ੍ਰਸ਼ਨ ਹਨ 58 ਪੌੜੀ ਵਿੱਚ, ਜਿਹੜੇ ਅਗਲੀ 2 ਪੌੜੀਆਂ ਵਿੱਚ ਉਹਦੇ ਜਵਾਬ ਹਨ। ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਦੀ ਬਾਣੀ ਵਿੱਚ ਅਧਿਆਤਮ ਦੀ, ਸਪਿਰਿਚੁਅਲਿਟੀ ਦੀ ਬਹੁਤ ਡੂੰਘੀ ਚਰਚਾ ਔਰ ਵਿਚਾਰ ਸਾਡੇ ਮੁੱਖ ਰੱਖੀ ਹੈ। ਇਹਦੇ ਵਿੱਚ ਕਈ ਕੌਨਸੈਪਟਸ ਵੀ ਦੱਸੇ ਨੇ ਔਰ ਮੈਟਾਫਿਜ਼ਿਕਸ ਵੀ ਇਸ ਦੀ ਕੀ ਹੈ ਉਹ ਵੀ ਸਮਝਾਈ ਹੈ। 10ਵੇਂ ਦੁਆਰ ਦੀ ਗੱਲ ਵੀ ਚਲਾਈ ਹੈ, ਸੁੰਨ ਦੀ ਗੱਲ, ਸਮਾਧੀ ਦੀ ਗੱਲ ਵੀ ਚਲਾਈ ਹੈ, ਅਫੁਰ ਅਵਸਥਾ ਦੀ ਗੱਲ ਦੱਸੀ ਹੈ, ਮਨ ਦੀ ਚਲਦੇ ਹੋਏ ਨੇਚਰ ਦੀ ਗੱਲ ਡਿਸਕਸ ਕੀਤੀ ਹੈ। ਦਰਅਸਲ ਸਾਹਿਬ ਦੀ ਜੋ ਜਪਜੀ ਸਾਹਿਬ ਦੀ ਪੌੜੀ ਦੇ ਵਿੱਚ ਮਨ ਦੇ ਨਾਲ ਧਰਮ ਦਾ ਔਰ ਸਪਿਰਿਚੁਅਲਿਟੀ ਦਾ ਜੋ ਰਿਲੇਸ਼ਨਸ਼ਿਪ ਸਾਹਿਬ ਨੇ ਉੱਥੇ ਇਸਟੈਬਲਿਸ਼ ਕੀਤਾ ਹੈ, ਉਸੇ ਰੰਗ ਵਿੱਚ ਇਹ ਬਾਣੀ ਮਨ ਦੇ ਨਾਲ ਉਲਝ ਕੇ ਸਾਨੂੰ ਸਪਿਰਿਚੁਅਲਿਟੀ ਦੱਸ ਰਹੀ ਹੈ ਕੀ ਹੈ। ਧਰਮ ਕਮਾਇਆ ਕਿੱਥੇ ਜਾਂਦਾ ਹੈ, ਉਹਦਾ ਅਸਰ ਕਿੱਥੇ ਹੁੰਦਾ ਹੈ, ਗੁਰੂ ਕੌਣ ਹੈ, ਗੁਰੂ ਕੀ ਦਿੰਦਾ ਹੈ। ਮਨਮੁਖ ਔਰ ਗੁਰਮੁਖ ਦੀ ਕੁਆਲਿਟੀਜ਼ ਡਿਸਕਸ ਕੀਤੀਆਂ ਨੇ। ਇੱਕ ਪਾਠ ਉਹਨਾਂ ਨੇ ਸਾਨੂੰ ਬਾਰ-ਬਾਰ ਸਮਝਾਇਆ ਹੈ, ਉਹ ਹੈ ਨਾਮ ਦਾ ਪਾਠ, ਸ਼ਬਦ ਦਾ ਪਾਠ। ਇਹ ਲੈਸਨ ਹੈ ਕਿ ਸ਼ਬਦ ਦੀ ਹਜ਼ੂਰੀ, ਜਿਵੇਂ ਕੋਟ ਕੇ ਕੋਈ ਜ਼ਰੂਰੀ ਲੈਸਨ ਆਪਣੇ ਸਟੂਡੈਂਟ ਨੂੰ ਦੱਸਦਾ ਹੋਏ, ਮੈਨੂੰ ਲੱਗਦਾ ਹੈ ਸਾਹਿਬ ਉਸੇ ਤਰ੍ਹਾਂ ਸਾਨੂੰ ਸ਼ਬਦ ਦੇ ਬਾਰ-ਬਾਰ ਦਰਸ਼ਨ ਕਰਾਉਂਦੇ ਹਨ। ਹੈ ਤਾਂ ਇਹ ਸੁਤੇ ਸਿੱਧ ਵਿਚਾਰ ਹੋਈ ਬਾਣੀ। ਸਿੱਧਾਂ ਦੇ ਨਾਲ ਨਾਨਕ ਮਤਾ, ਰੀਠਾ ਸਾਹਿਬ, ਸੁਮੇਰ ਪਰਬਤ ਅਤੇ ਅਚਲ ਬਟਾਲੇ ਦੇ ਵਿੱਚ ਵਾਰਤਾਲਾਪ ਹੋਈ ਹੈ। ਮੈਨੂੰ ਲੱਗਦਾ ਹੈ ਹਾਲੇ ਅਚਲ ਬਟਾਲੇ ਵਾਲੀ ਵਾਰਤਾਲਾਪ ਸਾਡੇ ਸੰਮੁਖ ਨਹੀਂ ਆਈ ਹੈ, ਉਹ ਸ਼ਾਇਦ ਅੱਗੇ ਆਏਗੀ। ਪਰ ਕਿਸੇ ਵੀ ਧਰਮ ਦੇ ਜਿਗਿਆਸੂ ਵਾਸਤੇ, ਗਿਆਨ ਦੇ ਜਿਗਿਆਸੂ ਵਾਸਤੇ, ਸਪਿਰਿਚੁਅਲਿਟੀ ਦੇ ਜਿਗਿਆਸੂ ਵਾਸਤੇ, ਜੀਵਨ ਦੇ ਤੱਤ ਨੂੰ ਜਾਣਨ ਵਾਸਤੇ ਇਹ ਬਾਣੀ ਇੱਕ ਮਾਰਗਦਰਸ਼ਨ ਹੈ, ਇੱਕ ਇਨਰ ਅਵੇਕਨਿੰਗ ਦੀ ਗੱਲ ਗੁਰੂ ਨੇ ਦੱਸੀ ਹੈ। ਸ਼ਾਇਦ ਹੀ ਕੋਈ ਡਾਕੂਮੈਂਟ ਦੁਨੀਆ ਵਿੱਚ ਹੋਣਗੇ ਜਿਹੜੇ ਇਸ ਤਰ੍ਹਾਂ ਵਿਚਾਰ ਰਹੇ ਹੋਣਗੇ ਗੱਲ ਨੂੰ। ਗੁਰੂ ਸਾਹਿਬ ਦੇ ਆਪਣੇ ਬਾਰੇ ਵੀ ਕੁਝ ਦੱਸਿਆ ਹੈ, ਉਹ ਕਿਉਂ ਉਦਾਸੀਆਂ ਤੇ ਨਿਕਲੇ ਹਨ, ਕਿਹੜੀ ਵਸਤੂ ਨਾਲ ਉਹਨਾਂ ਦਾ ਵਾਹ ਹੈ, ਉਹ ਕਿਹੜੀ ਚੀਜ਼ ਨੂੰ ਸ਼ਾਬਾਸ਼ ਦੇਣਗੇ ਆਪਣੇ ਸਿੱਖ ਦੇ ਵਿੱਚ। ਇਹ ਸਭ ਗੱਲਾਂ ਇਸ ਬਾਣੀ ਦੇ ਵਿੱਚ ਪਹਿਲੇ ਆ ਚੁੱਕੀਆਂ ਹਨ। ਆਓ ਕੋਈ ਵੀਰ ਭੈਣ ਇਹ ਤਿੰਨੋਂ ਪਦੇ ਅਸੀਂ ਪੜ੍ਹ ਦਈਏ, ਕਿਉਂਕਿ ਇਹਦੇ ਵਿੱਚ ਵਿਚਾਰ ਕਾਫੀ ਨੇ, ਇਸ ਕਰਕੇ ਸਮਾਂ ਵੀ ਸ਼ਾਇਦ ਲੱਗ ਸਕਦਾ ਹੈ। ਕੋਈ ਇਹਨਾਂ ਪਦਿਆਂ ਨੂੰ ਪੜ੍ਹ ਦੇਣ, ਫਿਰ ਅਸੀਂ ਇਹਨਾਂ ਦੀ ਵਿਚਾਰ 'ਚ ਉਤਰਦੇ ਹਾਂ। ਧੰਨਵਾਦ।
ਵਾਹਿਗੁਰੂ ਜੀ। ਕਿਆ ਭਵਿਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ। ਸੋ ਸ਼ਬਦ ਕਾ ਕਹਾ ਵਾਸ ਕਥੀਅਲੇ, ਜਿਤ ਤਰੀਏ ਪਵਜਲ ਸੰਸਾਰੋ। ਤ੍ਰੈਸਤ ਅੰਗੁਲ ਵਾਈ ਕਈਐ, ਤਿਸ ਕੋ ਕਵਨ ਆਧਾਰੋ। ਬੋਲੇ ਖੇਲੇ ਅਸਥਿਰ ਹੋਵੈ, ਕਿਉ ਕਰ ਅਲਖ ਲਖਾਏ। ਸੁਣ ਸੁਆਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸ਼ਬਦੇ ਸਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੈ ਭਾਗ ਸਮਾਏ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰ, ਜਾ ਦੇਖਾ ਤੈ ਸੋਈ। ਪਵਨ ਕਾ ਵਾਸਾ ਸੁਨ ਨਿਵਾਸਾ, ਅਕਲ ਕਲਾ ਤਰ ਸੋਈ। ਨਦਰ ਕਰੇ ਸ਼ਬਦ ਘਟ ਮੇ ਵਸੈ, ਵਿੱਚੋਂ ਭਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮੋ ਮਨ ਵਸਾਏ। ਸ਼ਬਦ ਗੁਰੂ ਭਵ ਸਾਗਰ ਤਰੀਐ, ਇਤ ਉਤ ਏਕੋ ਜਾਣੈ। ਚਹਿਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਤ੍ਰੈਸਤ ਅੰਗੁਲ ਵਾਈ ਓਦੂ, ਸੁਨ ਸਚ ਆਹਾਰੋ। ਗੁਰਮੁਖ ਬੋਲੇ ਤਤ ਬਿਰੋਲੇ, ਚੀਨੈ ਅਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੂਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲਗੈ ਪਿਆਰੋ। ਸੁਖ ਮੰਨਾ ਈੜਾ ਪਿੰਗਲਾ ਬੂਝੈ, ਜਾਂ ਆਪੇ ਅਲਖ ਲਖਾਏ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਧੰਨਵਾਦ ਭਾਈ ਸਾਹਿਬ ਜੀ। ਨਾਨਕ ਤਹਿਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਸ਼ਬਦ ਵਿੱਚ ਸਮਾ ਜਾਂਦਾ ਹੈ। ਸ਼ਬਦ ਨੂੰ ਸਾਹਿਬ ਇਤਨੀ ਇੰਪੋਰਟੈਂਸ ਦਿੰਦੇ ਹਨ, ਇਉਂ ਲੱਗਦਾ ਹੈ ਜਿਵੇਂ ਸਾਹਿਬ ਦੀ ਸਾਰੀ ਰੈਵੋਲੂਸ਼ਨ ਸ਼ਬਦ ਦੇ ਜ਼ਰੀਏ ਹੈ। ਬੇਹੀ ਨਦੀ ਤੋਂ ਵੀ ਜਦੋਂ ਸਾਹਿਬ ਆਏ ਹਨ ਤਾਂ ਇਹ ਰੈਵੋਲੂਸ਼ਨ ਹੀ ਲੈ ਕੇ ਆਏ ਹਨ। ਨਾਨਕ ਤਹਿਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਸਤਿਗੁਰ ਸ਼ਬਦ ਵਿੱਚ ਸਮਾਇਆ ਹੈ। ਸ਼ਬਦ ਨੂੰ ਸਾਹਿਬ ਸਪਿਰਿਚੁਅਲਿਟੀ ਦੀ ਸੈਂਟਰਲ ਥੀਮ ਦੱਸਦੇ ਹਨ। ਮਹਾਰਾਜ ਬੇਹੀ ਨਦੀ ਵਿੱਚ ਉਤਰੇ ਹਨ ਤਾਂ ਵੀ ਇਹੀ ਰੈਵੋਲੂਸ਼ਨ ਲੱਗਦਾ ਹੈ ਸਾਹਿਬ ਨੂੰ, ਸ਼ਬਦ ਦੇ ਜ਼ਰੀਏ ਹੀ ਆਈ ਹੈ। ਸ਼ਬਦ ਰਿਵੀਲ ਹੋਇਆ ਹੈ, ਸ਼ਬਦ ਦੇ ਜ਼ਰੀਏ ਜੁੜ ਗਏ ਹਨ ਔਰ ਫਿਰ ਸ਼ਬਦ ਗਾਇਆ ਹੈ, ਦੁਨੀਆ ਵਿੱਚ ਦੱਸਿਆ ਹੈ। ਸ਼ਬਦ ਹੀ ਰੂਪ ਸਾਹਿਬ ਲੱਗਦੇ ਹਨ। ਮਹਾਰਾਜ ਨੇ ਆਪਣੀ ਹਰ ਪੌੜੀ 'ਤੇ, ਹਰ ਪੈਰ, ਹਰ ਕਦਮ 'ਤੇ ਸ਼ਬਦ ਦੀ ਗੱਲ ਨਾਲ ਨਾਲ ਕੀਤੀ ਹੈ। ਅਸੀਂ ਇਸ ਸ਼ਬਦ ਦੀ ਥਿਊਰੀ ਨੂੰ ਸਮਝੀਏ ਕਿ ਨਾ ਸਮਝੀਏ, ਜੇ ਅਸੀਂ ਗੁਰੂ ਨਾਨਕ ਨੂੰ ਗੁਰੂ ਮੰਨਦੇ ਹਾਂ ਤਾਂ ਸ਼ਬਦ ਨੂੰ ਕਮਾਣਾ ਸਾਹਿਬ ਦੇ ਆਦੇਸ਼ ਅਨੁਸਾਰ, ਸ਼ਬਦ ਵਿੱਚ ਆਪਣੀ ਥਾਟਸ ਨੂੰ ਗਵਾ ਦੇਣਾ, ਆਪਣੇ ਮਨ ਨੂੰ ਬਹਾ ਦੇਣਾ, ਸ਼ਬਦ ਵਿੱਚ ਮਨ ਨੂੰ ਜੋੜ ਲੈਣਾ, ਉੱਥੇ ਤੱਕ ਲੈ ਜਾਣਾ ਮਨ ਨੂੰ ਜਿੱਥੇ ਤੱਕ ਪ੍ਰੇਮ ਸ਼ਬਦ ਦੇ ਰਾਹੀਂ ਮਨ ਵਿੱਚ ਪ੍ਰਗਟ ਹੋ ਜਾਏ। ਔਰ ਜਿਸ ਦਿਨ
ਸ਼ਬਦ ਵਿੱਚ ਪ੍ਰੇਮ ਪ੍ਰਗਟ ਹੋ ਗਿਆ, ਉਸ ਦਿਨ ਹਜ਼ੂਰੀ ਆ ਜਾਏਗੀ ਮਨ ਵਿੱਚ। ਕਰਨਾ ਤਾਂ ਇਹੀ ਹੈ ਅਸੀਂ, ਕਰਦੇ ਕੀ ਪਏ ਹਾਂ ਉਹ ਅਲੱਗ ਗੱਲ ਹੈ। ਪਰ ਸਾਹਿਬ ਨੂੰ ਮਿਲਣਾ ਹੈ, ਸਾਹਿਬ ਨਾਲ ਵਿਚਾਰ ਕਰਨੀ ਹੈ, ਸਾਹਿਬ ਤੋਂ ਗਿਆਨ ਲੈਣਾ ਹੈ। ਹਜ਼ੂਰ ਜੀਵਨ ਨੂੰ ਕਿਵੇਂ ਬਦਲੀਏ? ਤਾਂ ਬਾਰ-ਬਾਰ ਸਾਹਿਬ ਸ਼ਬਦ ਦੀ ਗੱਲ ਚਲਾ ਰਹੇ ਹਨ। ਜਪਜੀ ਵਿੱਚ ਵੀ, ਸਿੱਧ ਗੋਸ਼ਟ ਵਿੱਚ ਵੀ, ਹਰ ਜਗ੍ਹਾ ਸ਼ਬਦ ਦਾ ਇੱਕ ਡੰਕਾ ਜਿਹਾ ਵੱਜਦਾ ਪਿਆ ਹੈ। ਹੋਵੇ ਸ਼ਬਦ ਚਲਾਏ, ਸਤਿਗੁਰ ਸ਼ਬਦ ਸਮਾਏ। ਸਭ ਕੁਝ ਸ਼ਬਦ ਵਿੱਚ ਆ ਕੇ ਹੀ ਕਲਮੀਨੇਟ ਹੋ ਰਿਹਾ ਹੈ। ਸ਼ਬਦ ਰੂਪ ਗੁਰੂ ਹੈ। ਸਰੀਰ ਤਾਂ ਦਿਖਦਾ ਹੈ, ਪਰ ਗੁਰੂ ਸ਼ਬਦ ਰੂਪ ਹੈ, ਔਰ ਸ਼ਬਦ ਦੇ ਜ਼ਰੀਏ ਸਾਰੇ ਨਿਰੰਕਾਰ ਵਿੱਚ ਸਮਾਇਆ ਹੋਇਆ ਹੈ। ਸਰਬਤ ਦਾ ਗਿਆਨ ਵੀ ਸਾਹਿਬ ਕਹਿੰਦੇ ਉਸ ਨੂੰ ਹੈ ਜਿਹੜਾ ਸਮਾਇਆ ਹੋਇਆ ਹੈ। ਤਾਂ ਫਿਰ ਸਾਹਿਬ ਦੇ ਜੀਵਨ ਦੀ ਸਾਰੀਆਂ ਗੱਲਾਂ ਨਿਰਾਲੀ ਨਹੀਂ ਲੱਗਦੀਆਂ। ਚਾਹੇ ਉਹ ਸੱਜਣ ਠੱਗ ਦੀ ਕਥਾ ਹੋਏ, ਚਾਹੇ ਮੂਲੇ ਕਰਿਆੜ ਦੀ ਕਥਾ ਹੋਏ, ਜੀਵਨ ਇੱਕ ਸ਼ਬਦ ਦਾ ਪ੍ਰਗਟਾਵਾ ਹੀ ਦਿਖਦਾ ਪਿਆ ਹੈ। ਸ਼ਬਦ ਦੀ ਹਜ਼ੂਰੀ ਦਾ ਪ੍ਰਗਟਾਵਾ। ਮੈਨੂੰ ਲੱਗਦਾ ਹੈ ਕਿ ਜਿਹੜਾ ਅੱਜ ਦਾ ਸਮਾਂ ਦੁਨੀਆ ਵਿੱਚ ਨਿਕਲ ਰਿਹਾ ਹੈ, ਇਹ ਗਹਿਨ ਰੂਪ ਵਿੱਚ ਦੁਖਦਾਈ ਸਮਾਂ ਲੱਗਦਾ ਹੈ। ਪਰ ਅਗਰ ਅਸੀਂ ਵਿਚਾਰੀਏ ਕਿ ਆਉਣ ਵਾਲਾ ਸਮਾਂ ਦੁਨੀਆ ਦਾ ਕੀ ਹੋ ਸਕਦਾ ਹੈ, ਤਾਂ ਇੱਕ ਪੋਸੀਬਿਲਿਟੀ ਇਹ ਹੈ ਕਿ ਨਾਮ ਔਰ ਸ਼ਬਦ ਦੇ ਆਧਾਰ 'ਤੇ ਜੀਵਨ ਦੀ ਨਵੀਂ ਸ੍ਰਿਸ਼ਟੀ, ਕਾਇਨਾਤ ਬਣੇ। ਇੱਕ ਸੁਸਾਇਟੀ ਦਾ ਨਵੀਂ ਫਾਊਂਡੇਸ਼ਨ ਇਸਟੈਬਲਿਸ਼ ਹੋਏ। ਮਨ ਦੀ ਤਹਿ 'ਤੇ ਅਗਰ ਸੱਤ ਨੂੰ ਜਾਣਨਾ ਹੈ ਤਾਂ ਉਹ ਕੇਵਲ ਸ਼ਬਦ ਔਰ ਨਾਮ ਦੇ ਆਧਾਰ 'ਤੇ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ ਅਗਰ ਸੁਸਾਇਟੀ ਦੇ ਵਿੱਚ, ਦੇਸ਼ ਦੇ ਵਿੱਚ, ਦੁਨੀਆ ਦੇ ਵਿੱਚ ਅਗਰ ਸੱਤ ਨੂੰ ਪ੍ਰਗਟ ਕਰਨਾ ਹੈ ਤਾਂ ਉਹ ਵੀ ਸ਼ਬਦ ਔਰ ਨਾਮ ਦੀ ਅਵੇਅਰਨੈਸ ਦੇ ਵਿੱਚ ਹੀ ਪ੍ਰਗਟ ਹੋਏਗਾ। ਇਹ ਜਿਤਨਾ ਹਨੇਰਾ ਆਸ-ਪਾਸ ਦਿਖਦਾ ਹੈ, ਉਤਨਾ ਹੀ ਪ੍ਰਕਾਸ਼ ਉਹਦੇ ਪਿੱਛੇ ਹੈ। ਬਾਹਰਲੀ ਦੁਨੀਆ ਵਿੱਚ ਪ੍ਰਕਾਸ਼ ਟੈਂਪਰਰੀ ਹੈ, ਹਨੇਰਾ ਬਾਦਫਾ ਪ੍ਰੀਡੋਮੀਨੈਂਟ ਹੈ। ਆਪ ਨੂੰ ਤਾਰੇ ਦਿਖਦੇ ਹਨ ਦੂਰ। ਐਲਫਾ ਸੈਂਚੁਰੀ ਸਭ ਤੋਂ ਨੇੜੇ ਤਾਰਾ ਹੈ ਸਾਡੇ ਪਲੈਨਟ ਤੋਂ, ਉਹ ਵੀ ਕਈ ਲਾਈਟ ਈਅਰਸ ਦੂਰ ਹੈ। ਬਾਹਰਲੀ ਦੁਨੀਆ ਵਿੱਚ ਹਨੇਰਾ ਪ੍ਰੀਡੋਮੀਨੈਂਟ ਹੈ, ਪਰ ਅੰਦਰ ਦੀ ਦੁਨੀਆ ਵਿੱਚ ਜੋਤ ਪ੍ਰੀਡੋਮੀਨੈਂਟ ਹੈ। ਹਨੇਰਾ ਟੈਂਪਰਰੀ ਹੈ, ਕਿਉਂਕਿ ਮਨ ਦਾ ਸੱਤ ਜਿਹੜਾ ਹੈ ਉਹ ਪ੍ਰਕਾਸ਼ ਹੈ, ਜੋਤ ਹੈ, ਗਿਆਨ ਹੈ ਔਰ ਆਨੰਦ ਹੈ। ਸ਼ਬਦ ਨਾਲ ਜੁੜਨ ਨਾਲ ਇਹ ਸਭ ਕੁਝ ਰਿਵੀਲ ਹੋ ਸਕਦਾ ਹੈ। ਮਹਾਰਾਜ ਕਹਿ ਰਹੇ ਹਨ, ਅੱਜ ਦੇ 3 ਪਦੇ ਬੜੇ ਹੀ ਜ਼ਰੂਰੀ ਪਦੇ ਹਨ ਸਮਝਣ ਵਾਸਤੇ ਕਿ ਗੁਰਮਤ ਔਰ ਯੋਗਮਤ ਦੇ ਵਿੱਚ ਭੇਦ ਕੀ ਹੈ, ਕੀ ਫਰਕ ਹੈ ਅਪਰੋਚ ਦਾ। ਆਓ ਅਸੀਂ 58 ਪਦੇ ਤੋਂ ਸ਼ੁਰੂ ਕਰਦੇ ਹਾਂ ਮਹਾਰਾਜ ਦੀ ਕਿਰਪਾ ਨਾਲ। ਗੁਰੂ ਕਿਰਪਾ ਰੱਖੇ, ਆਪਣੇ ਹਜ਼ੂਰੀ ਰੱਖੇ, ਤਾਂ ਹੀ ਕੁਝ ਬਹਾਵ ਔਰ ਆਨੰਦ ਮਹਿਸੂਸ ਹੋ ਪਾਏਗਾ ਸ਼ਾਇਦ। ਪ੍ਰਸ਼ਨ ਤੋਂ ਹੀ ਸ਼ੁਰੂ ਹੋ ਗਿਆ ਪਦਾ। ਯੋਗੀਆਂ ਨੇ ਫਿਰ ਪ੍ਰਸ਼ਨ ਉਠਾਏ ਹਨ। ਇਵੇਂ ਲੱਗਦਾ ਹੈ ਜਿਵੇਂ ਮਹਾਰਾਜ ਹਰ ਜਗ੍ਹਾ ਗਏ, ਉੱਥੇ ਦੇ ਪ੍ਰਸ਼ਨ ਨੋਟ ਕਰਦੇ ਗਏ ਔਰ ਉਹਨਾਂ ਪ੍ਰਸ਼ਨਾਂ ਨੂੰ ਫਿਰ ਕੰਪਾਈਲ ਕਰਕੇ ਪ੍ਰਗਟ ਕੀਤਾ ਹੈ। ਕਥੀਲੇ ਇੱਕ ਸ਼ਬਦ ਹੈ ਜੋ ਮੈਂ ਦੇਖਿਆ ਤੇ ਸ਼ਾਇਦ ਮਰਾਠੀ ਵਿੱਚ ਆਉਂਦਾ ਹੈ, ਕਹਿਣ ਵਿੱਚ ਜੋ ਆਏ, ਕਥੀਲੇ ਕਥਨ ਵਿੱਚ। ਸੂ ਸ਼ਬਦ ਕਾ ਕਹਾਂ ਵਸ ਕਥੀਲੇ।
ਪ੍ਰਸ਼ਨ ਹੀ ਕਿਤਨਾ ਨਿਰਾਲਾ ਹੈ। ਮੈਂ ਸ਼ਬਦ ਨੂੰ ਲੱਭਣ ਜਾਣਾ ਹੈ। ਮਹਾਰਾਜ ਕਿੱਥੇ ਹੈ? ਇਹ ਸ਼ਬਦ ਕਿੱਥੇ ਵਸਦਾ ਹੈ ਮਹਾਰਾਜ? ਇਹਦਾ ਵਾਸ ਕਿੱਥੇ ਕਿਹਾ ਜਾਂਦਾ ਹੈ? ਜਿਤ ਤਰੀਏ ਭਵਜਲ ਸੰਸਾਰੇ। ਇਸ ਦੁਨੀਆ ਵਿੱਚ ਅਸੀਂ ਆਏ ਹਾਂ। ਜੇ ਬੈਟਿੰਗ ਠੀਕ ਕਰਕੇ ਗਏ ਤਾਂ ਫਿਰ ਇਸ ਤੋਂ ਆਜ਼ਾਦ ਹੋ ਜਾਵਾਂਗੇ। ਇਹਦਾ ਇਹ ਮਤਲਬ ਨਹੀਂ ਕਿ ਇੱਥੇ ਨਹੀਂ ਆਵਾਂਗੇ। ਇਹਦਾ ਇਹ ਮਤਲਬ ਹੈ ਕਿ ਫਿਰ ਆਉਣ ਦੀ ਇੱਛਾ ਹੋਏਗੀ ਤਾਂ ਆ ਜਾਵਾਂਗੇ। ਪੰਜ ਤੱਤਾਂ ਤੋਂ ਤਨ ਰਚਦਾ ਹੈ। ਜਿਹੜਾ ਮਾਸਟਰ ਹੈ ਉਹਦੇ ਹੁਕਮ ਵਿੱਚ ਸਭ ਕੁਝ ਹੈ। ਉਹਦਾ ਜੀ ਕਰਦਾ ਹੈ ਤੇ ਪੰਜ ਤੱਤ ਨੂੰ ਰਲਾ ਕੇ ਉਹ ਜਨਮ ਲੈ ਲੈਂਦਾ ਹੈ, ਔਰ ਫਿਰ ਉਹਦਾ ਜੀ ਕਰਦਾ ਹੈ ਤਾਂ ਇਹਨਾਂ ਨੂੰ ਛੱਡ ਕੇ ਚਲਾ ਜਾਂਦਾ ਹੈ। ਮਨ ਉਹਦਾ ਨਹੀਂ ਆਂਦਾ ਜਾਂਦਾ। ਸਰੀਰ ਵਿੱਚ ਜਨਮ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਮਨ ਟਰੈਵਲ ਕਰ ਰਿਹਾ ਹੈ। ਅਗਰ ਮਨ ਅਸਥਿਰ ਹੋ ਗਿਆ, ਥਿਰ ਹੋ ਗਿਆ, ਸ਼ਬਦ ਵਿੱਚ ਉਹਦਾ ਵਾਸਾ ਹੋ ਗਿਆ, ਫਿਰ ਉਹਦਾ ਆਵਾਗਮਨ ਮਿਟ ਗਿਆ। ਫਿਰ ਸਰੀਰਕ ਆਵਾਗਮਨ ਦਾ ਕੀ ਫਰਕ ਪੈਂਦਾ ਹੈ? ਇਵੇਂ ਸਾਹਿਬ ਨੇ ਵੀ ਕਿਹਾ, ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਇਹੀ ਕਿਹਾ, ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਇੱਕ ਤਮਾਸ਼ੇ ਦੀ ਤਰ੍ਹਾਂ ਉਹਨਾਂ ਨੂੰ ਲੱਗਦਾ ਹੈ। ਇਸ ਸਮਾਏ ਸ਼ਬਦ ਤੋਂ ਮੈਨੂੰ ਕਈ ਵਾਰ ਇਹ ਮਹਿਸੂਸ ਹੁੰਦਾ ਹੈ ਕਿ ਗੁਰੂ ਵੀ ਤਾਂ ਇੱਥੇ ਹੀ ਸਮਾਏ ਹਨ, ਕਿਧਰੇ ਗਏ ਨਹੀਂ ਹਨ। ਇਸ ਸਾਰੀ ਸ੍ਰਿਸ਼ਟੀ ਵਿੱਚ ਜੋ ਸਾਨੂੰ ਦਿਖਦਾ ਪਿਆ ਹੈ, ਇਹਦੇ ਪਿੱਛੇ ਸਮਾਇਆ ਹੋਇਆ ਨਿਰੰਕਾਰ ਹੈ ਔਰ ਨਾਲ ਗੁਰੂ ਹੈ। ਅਗਰ ਗੁਰੂ ਨੂੰ ਸਿੱਖ ਅਰਾਧੇਗਾ ਤਾਂ ਗੁਰੂ ਪ੍ਰਗਟ ਹੋ ਜਾਏਗਾ। ਅਰਾਧਨ ਦੀ ਗੱਲ ਹੈ। ਪ੍ਰਸ਼ਨ ਇਹ ਹੈ, ਸੂ ਸ਼ਬਦ ਕਾ ਕਹਾਂ ਵਸ ਕਥੀਲੇ। ਕਿੱਥੇ ਹੈ ਮਹਾਰਾਜ ਕਥਨ ਵਿੱਚ ਉਹ ਸ਼ਬਦ ਜਿਹਦੇ ਨਾਲ ਤਰਿਆ ਜਾ ਸਕਦਾ ਹੈ ਇਸ ਦੁਨੀਆ ਤੋਂ, ਇਸ ਤੋਂ ਪਾਰ ਜਾਇਆ ਜਾ ਸਕਦਾ, ਇਸ ਤੋਂ ਮੁਕਤ ਹੋ ਸਕਦਾ, ਇਹਦੇ ਮਾਸਟਰ ਬਣ ਸਕਦੇ ਹਾਂ, ਇਹਦੇ ਕੰਟਰੋਲ ਤੋਂ ਹਟ ਕੇ, ਇਹਦੀ ਸਲੇਵਰੀ ਤੋਂ ਹਟ ਕੇ ਇਹਦੀ ਮਾਸਟਰੀ ਸਾਡੇ ਹੱਥ ਆ ਸਕਦੀ ਹੈ। ਇਸ ਤਰ੍ਹਾਂ ਹੀ ਮੈਨੂੰ ਲੱਗਦਾ ਹੈ, ਕਿਉਂਕਿ ਅਗਰ ਸਾਡੇ ਕੋਲ ਮਾਸਟਰ ਨਹੀਂ ਹਾਂ ਸੀ ਤਾਂ ਫਿਰ ਸਲੇਵ ਹੀ ਹਾਂ ਦੇ। ਫਿਰ ਆਵਾਗਮਨ ਵਿੱਚ ਅਸੀਂ ਸਲੇਵ ਦੀ ਤਰ੍ਹਾਂ ਹੀ ਟੁਰਦੇ ਪਏ ਹਾਂ। ਅਗਲਾ ਇੱਕ ਹੋਰ ਪ੍ਰਸ਼ਨ ਹੈ, ਤ੍ਰੈ ਸਤ ਅੰਗੁਲ ਵਾਈ ਕਹੀਏ ਤਿਸ ਕਹ ਕਵਨ ਆਧਾਰੋ। 3 7 ਦਾ ਮਤਲਬ 10, ਜਿਵੇਂ 8 60, 8 ਔਰ 60 68। ਇਵੇਂ ਸਾਹਿਬ ਨੇ ਇੱਕ ਹੋਰ ਜਗ੍ਹਾ ਵੀ ਪਰਸ਼ੀਅਨ ਬੈ ਵਰਤਿਆ ਹੈ 2 ਵਾਸਤੇ। ਬੈ 10 ਮਹਾਰੁਤੀ ਥਿਤੀ ਵਾਰੇ ਭਲੇ, 12 ਮਾਹ ਦੇ ਵਿੱਚ। ਇਸੇ ਤਰ੍ਹਾਂ 7 ਔਰ 3 10 ਉਂਗਲ, 10 ਉਂਗਲਾਂ ਦਾ ਸਵਾਸ ਕਹਿੰਦੇ ਹਨ। 10 ਤਰ੍ਹਾਂ ਦੇ ਸਵਾਸ ਸ਼ਾਸਤਰਾਂ ਵਿੱਚ ਲਿਖੇ ਹਨ। ਅਸੀਂ ਤਾਂ 2 ਤਰ੍ਹਾਂ ਜਾਣਦੇ ਹਾਂ, ਅੰਦਰ ਲਿਆ ਬਾਹਰ ਦਿੱਤਾ, ਪਰ ਉਹ ਇਹਨੂੰ ਡਿਸਕਰਾਈਬ ਕਰਦੇ ਹਨ 10 5 ਤਰ੍ਹਾਂ, ਫਿਰ 5 ਮੁੱਖ ਸਵਾਸ, ਫਿਰ 5 ਹੋਰ 10 ਸਵਾਸ। ਇਹ ਜਿਹੜੀ ਵਾਈ ਹਵਾ ਹੈ, ਇਹਦਾ ਆਧਾਰ ਕੀ ਹੈ? ਯੋਗੀਆਂ ਦਾ ਪ੍ਰਸ਼ਨ ਹੈ। ਤਿਸ ਕੋ ਕਵਨ ਆਧਾਰੋ, ਇਹਦਾ ਆਧਾਰ ਕੀ ਹੈ ਮਹਾਰਾਜ? ਇਹ ਪ੍ਰਸ਼ਨ ਆਪਣੇ ਆਪ ਵਿੱਚ ਕਿਤਨੇ ਗਹਿਨ ਹਨ। ਇਹਨਾਂ ਪ੍ਰਸ਼ਨਾਂ 'ਤੇ ਹੀ ਖਲੋ ਕੇ ਧਿਆਨ ਕਰਨਾ ਬਣਦਾ ਹੈ। ਜਿਵੇਂ ਕਿ ਕੋਈ ਬੀਜ ਲੱਭਦਾ ਹੋਏ ਸ੍ਰਿਸ਼ਟੀ ਦਾ, ਸਰੋਤ ਲੱਭਦਾ ਹੋਏ, ਸੋਰਸ ਕੀ ਹੈ ਦੁਨੀਆ ਦਾ। ਇਹ ਸਭ ਕੁਝ, ਸਾਰੀ ਦੁਨੀਆ ਆ ਕਿੱਥੋਂ ਰਹੀ ਹੈ? ਗੁਰੂ ਸਾਹਿਬ ਕੋਲ ਬੈਠੇ ਯੋਗੀ ਕੋਈ ਛੋਟੀ ਕਲਾ ਦੇ ਮਾਲਕ ਨਹੀਂ ਲੱਗਦੇ ਹਨ। ਆਜੀਵਨ ਉਹਨਾਂ ਨੇ ਇਸ ਸਰਚ ਤੇ ਬਿਤਾਈ ਹੈ। ਗੁਰੂ ਆ ਗਏ ਹਨ। ਅੱਜ ਉੱਤਰ ਲੈਣ ਦਾ ਸਮਾਂ ਹੈ। ਇੱਕ ਐਸਾ ਮਿਲਨ ਹੋਇਆ ਹੈ ਜਿੱਥੇ ਕਰੋਧ ਕੇ ਬਹੁਤ ਕੁਝ ਕੱਢਿਆ ਜਾ ਸਕਦਾ ਹੈ ਹਜ਼ੂਰ ਦੀ ਪ੍ਰੈਜ਼ੈਂਸ ਵਿੱਚ। ਇਹੋ ਜਿਹੇ ਪ੍ਰਸ਼ਨ ਉੱਠ ਰਹੇ ਹਨ। ਬੋਲੇ
खेलै अस्थिर होवै, क्यों कर अलख लखाए। ਇਹ ਜਿਹੜਾ ਮਨ ਹੈ, ਇਹ ਬੋਲਦਾ ਹੈ, ਇਹ ਖੇਲਦਾ ਹੈ, ਇਹ ਕਿਵੇਂ ਅਸਥਿਰ ਹੋਏਗਾ ਮਹਾਰਾਜ? ਜਿਹੜਾ ਪ੍ਰਸ਼ਨ ਅਸੀਂ ਬਾਦਫਾ ਪੁੱਛਦੇ ਹਾਂ ਕਿ ਮਨ ਨਹੀਂ ਖਲੋਂਦਾ ਹਜ਼ੂਰ, ਮਨ ਆਪਣੇ ਭਾਰ ਕਰਕੇ ਨਹੀਂ ਖਲੋਂਦਾ। ਇਤਨਾ ਕੁਝ ਭਰਿਆ ਹੋਇਆ ਹੈ ਅੰਦਰ, ਖਾਲੀ ਨਹੀਂ ਕਰ ਪਾ ਰਿਹਾ। ਉਸ ਦਿਨ ਵੀਰ ਪੁੱਛਦੇ ਸੀ ਕਿ ਬਾਦਫਾ ਇੱਕ ਇੱਕ ਥਾਟ ਆਉਂਦੀ ਰਹਿੰਦੀ ਹੈ। ਮੈਨੂੰ ਗੁਰਜੇਫ ਦੀ ਇੱਕ ਯਾਦ ਆਉਂਦੀ ਹੈ। ਗੁਰਜੇਫ ਇੱਕ ਜਰਮਨ ਸਪਿਰਚੁਅਲਿਸਟ ਹੋਇਆ ਬੜੇ ਪੁਰਾਣੇ ਸਮੇਂ ਦਾ। ਉਹ ਕਹਿੰਦਾ ਸੀ ਕਿ ਜਿਨ੍ਹਾਂ ਦੀ ਸੋਚ ਜ਼ਿਆਦਾ ਹੈ ਉਹਨਾਂ ਨੂੰ ਮੈਂ ਛੋਟੇ ਕੰਮ ਕਰਨ ਨੂੰ ਦਿੰਦਾ ਹਾਂ। ਤਾਂ ਉਹਦੇ ਕੋਲ ਇੱਕ ਪੜ੍ਹੀ ਲਿਖੀ ਔਰਤ ਆਈ। ਉਸ ਤੋਂ 3 ਦਿਨ ਉਸਨੇ ਸੜਕ ਦੀ ਰੋੜੀ ਕੁਟਵਾਈ। ਇੱਕ ਇਹੋ ਜਿਹਾ ਕੰਮ ਕਰਾਇਆ ਜਿਹੜਾ ਬਿਲਕੁਲ ਸਿੰਪਲ ਹੈ, ਜਿਹਦੇ ਵਿੱਚ ਥਾਟ ਦੀ ਲੋੜ ਨਹੀਂ ਹੈ। 3 ਦਿਨ ਬਾਅਦ ਉਹ ਔਰਤ ਨੇ ਆ ਕੇ ਉਸ ਨੂੰ ਕਿਹਾ, ਮੇਰਾ ਮਨ ਬੜਾ ਸ਼ਾਂਤ ਹੋ ਗਿਆ, ਕਿਉਂਕਿ ਸੋਚਣ ਦੀ ਲੋੜ ਨਹੀਂ ਪਈ। ਸੋਚਣ ਦੀ ਆਦਤ ਤੋਂ ਛੁਟਕਾਰਾ ਮਿਲਣਾ ਸ਼ੁਰੂ ਹੋ ਗਿਆ। ਆਪ ਦੇਖਣਾ ਸਾਡੇ ਲੰਗਰਾਂ ਦੇ ਵਿੱਚ ਇਸੇ ਤਰ੍ਹਾਂ ਹੁੰਦਾ ਹੈ। ਭਾਂਡੇ ਮਾਂਜਦੇ ਹਾਂ, ਸਿੰਪਲ ਜਿਹਾ ਟਾਸਕ ਹੈ। ਜੋੜੇ ਸਾਫ਼ ਕਰਦੇ ਹਾਂ, ਜੋੜਿਆਂ ਨੂੰ ਰੱਖਦੇ ਹਾਂ। ਜੇ ਅਸੀਂ ਆਲੇ ਦੁਆਲੇ ਝਾਕੀ ਨਾ ਮਾਰੀਏ ਲੋਕਾਂ 'ਤੇ, ਆਪਣੇ ਧਿਆਨ ਵਿੱਚ ਸ਼ਬਦ ਦੇ ਰਹੀਏ, ਤੇ ਇਹ ਜਿਹੜੇ ਛੋਟੇ ਛੋਟੇ ਲੰਗਰ ਦੇ ਔਰ ਕਾਰਜ ਹਨ, ਇਹ ਧਿਆਨ ਦੀ ਵਿਧੀ ਬਣ ਸਕਦੇ ਹਨ। ਪਰ ਥੋੜ੍ਹਾ ਦੁੱਖ ਲੱਗਦਾ ਹੈ, ਅੱਜ ਕੱਲ੍ਹ ਸੇਵਾ ਵੀ ਮਲਕੀਅਤ ਬਣ ਗਈ ਹੈ। ਇਹਦੇ ਪਿੱਛੇ ਵੀ ਝਗੜੇ ਹੁੰਦੇ ਹਨ। ਇਹ ਮੇਰੀ ਸੇਵਾ ਹੈ, ਇੱਥੇ ਮੈਂ ਝਾੜੂ ਮਾਰਨਾ ਹੈ। ਤਾਂ ਫਿਰ ਹਉਮੈ ਉੱਧਰ ਆ ਗਈ। ਜਦ ਮੈਂ ਹਉਮੈ ਨਹੀਂ ਛੱਡੀ ਤਾਂ ਸੇਵਾ ਦਾ ਫਿਰ ਲਾਭ ਮੇਰੇ ਅਧਿਆਤਮ ਵਿੱਚ ਨਹੀਂ ਆਇਆ। ਆਉਣਾ ਤਾਂ ਉੱਥੇ ਹੀ ਸੀ। ਇਹ ਇੱਕ ਸ਼ਕਤੀ ਹੈ। ਸੇਵਾ ਤੋਂ ਇੱਕ ਐਨਰਜੀ ਇਕੱਠੀ ਹੋਈ। ਉਸ ਐਨਰਜੀ ਨੂੰ ਵਰਤ ਕੇ ਮੈਂ ਆਪਣੇ ਅਧਿਆਤਮ ਵੱਲ ਟੁਰ ਪਿਆ। ਐਨਰਜੀ ਇਕੱਠੀ ਹੋਈ ਔਰ ਮੈਂ ਦੂਸਰੇ 'ਤੇ ਹੰਕਾਰ ਦਿਖਾ ਦਿੱਤਾ, ਨਾਰਾਜ਼ ਹੋ ਗਿਆ। ਹੁਣ ਉਹਦਾ ਲਾਭ ਜਿਸ 'ਤੇ ਨਾਰਾਜ਼ ਹੋਇਆ ਉਸ ਨੂੰ ਮਿਲ ਗਿਆ। ਥੋੜ੍ਹਾ ਵਿਚਾਰਨਾ ਇਸੇ ਤਰ੍ਹਾਂ ਹੁੰਦਾ ਹੈ। ਹੰਕਾਰ ਤੋਂ ਮੁਕਤ ਹੋ ਕੇ ਹੀ, ਹਉਮੈ ਤੋਂ ਮੁਕਤ ਹੋ ਕੇ ਹੀ ਸਾਨੂੰ ਅਧਿਆਤਮਿਕ ਜੀਵਨ ਪ੍ਰਾਪਤ ਹੋ ਸਕਦਾ ਹੈ। ਧਰਮ ਦੀ ਕਸੌਟੀ 'ਤੇ ਦੁਨੀਆ ਵਿੱਚ ਵਰਤਣ ਵਾਸਤੇ ਉਸ ਹਉਮੈ ਦੀ ਲੋੜ ਪੈਂਦੀ ਹੈ। ਆਸਾ ਦੀ ਵਾਰ ਵਿੱਚ ਸਾਹਿਬ ਇਹੀ ਸਮਝਾ ਰਹੇ ਹਨ ਕਿ ਹਉਮੈ ਉਹਦਾ ਹੁਕਮ ਹੈ ਔਰ ਸਭ ਕੁਝ ਆਣਾ ਜਾਣਾ ਉਸ ਹਉਮੈ ਦੇ ਵਿੱਚ ਹੀ ਹੋ ਰਿਹਾ ਹੈ। ਪਰ ਜਦੋਂ ਇਸ ਨੂੰ ਬੁੱਝ ਲੈਂਦੇ ਹਾਂ ਅਸੀਂ, ਹਉਮੈ ਬੁੱਝੇ ਤਾਂ ਦਰ ਸੂਝੇ। ਜਦੋਂ ਬੁੱਝ ਗਿਆ ਕਿ ਹਉਮੈ ਹੈ ਕੀ, ਤਾਂ ਦਰ ਸੁੱਝ ਜਾਂਦਾ ਹੈ ਕਿ ਦਰ ਕਿੱਥੇ ਹੈ। ਇਸ ਦਰ ਦੀ ਗੱਲ ਇਸ ਪਦੇ ਵਿੱਚ ਵੀ ਚੱਲ ਰਹੀ ਹੈ। ਸਾਹਿਬ ਦਰ ਦੇ ਮਾਲਕ ਹਨ। ਉਸ ਦਰ ਦੇ ਪਾਰ ਖਲੋ ਕੇ ਸਾਨੂੰ ਬਾਰ-ਬਾਰ ਆਵਾਜ਼ ਮਾਰ ਰਹੇ ਹਨ ਕਿ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਜਾਓ, ਆਜ਼ਾਦੀ ਪਾ ਲਓ ਆਪਣੀ, ਆਪਣੇ ਜੀਵਨ ਨੂੰ ਬਦਲ ਦਈਏ। ਆਓ ਨਾਮ ਵਿੱਚ ਉਤਰ ਕੇ ਹਉਮੈ ਨੂੰ ਤਿਆਗ ਦਈਏ। ਆਓ ਨਿਰੰਕਾਰ ਨੂੰ ਜਾਣ ਲਈਏ। ਦਰਅਸਲ ਇਸ ਗੱਲ ਨੂੰ ਅਸੀਂ ਸਮਝ ਨਹੀਂ ਪਾਉਂਦੇ ਕਿ ਗੁਰੂ ਹੈ ਕੌਣ। ਗੁਰੂ ਸੱਚ ਦਾ ਵਪਾਰੀ ਹੈ ਔਰ ਉਹਦੇ ਕੋਲ ਉਹ ਵਸਤੂ ਹੈ। ਸੱਚ ਵੱਖਰ ਕੇ ਹਮ ਵਣਜਾਰੇ। ਸੱਚ ਵੱਖਰ ਯਾਨੀ ਵਸਤੂ। ਇਹ ਵਸਤੂ ਗੁਰੂ ਕੋਲ ਹੈ। ਸੱਚ ਗੁਰੂ ਕੋਲ ਹੈ। ਬੁੱਲੇ ਸ਼ਾਹ ਕਹਿੰਦਾ ਹੈ, ਕਹਿੰਦਾ ਮੈਂ ਤੇ ਐਵੇਂ ਹੀ ਮਿਲ ਗਿਆ। ਮੈਨੂੰ ਤਾਂ ਮੈਂ ਤਾਂ ਨਾ ਮੰਦਿਰ ਗਿਆ ਨਾ ਮਸੀਤਾਂ ਗਿਆ। ਮੈਨੂੰ ਤਾਂ ਯਾਰ ਨੂੰ ਮਨਾ ਲਿਆ, ਮੈਨੂੰ ਸਭ ਕੁਝ ਮਿਲ ਗਿਆ। ਜਿਹਦੇ ਕੋਲ ਹੈ, ਗੁਰੂ ਕੋਲ ਹੈ। ਔਰ ਗੁਰੂ ਇਸ ਵਸਤੂ ਦਾ ਵਪਾਰੀ ਹੈ, ਇਸ ਸੱਚ ਦਾ ਵਪਾਰੀ ਹੈ। ਉਹ ਟੈਂਡਰ ਪਾਸ ਕਰਾਏ ਕਿ ਨਾ ਕਰਾਏ, ਦੁਨੀਆ ਦਾ ਝੂਠ ਸਾਡੇ ਤੋਂ ਲੈ ਲੈਂਦਾ ਹੈ। ਇਸ ਕਰਕੇ ਮਹਾਰਾਜ ਨੇ ਬਾਣੀ ਵਿੱਚ ਸਾਨੂੰ ਇੱਕ ਕਨਸੈਪਟ ਦੱਸਿਆ ਹੈ, ਮਰ ਜੀਵੜਾ, ਜਿਹੜਾ ਮਰ ਕੇ ਫਿਰ ਜੀਏਗਾ।
ਇਹ ਦੁਨਿਆਵੀ ਜੀਵਨ ਲੈ ਲੈਂਦਾ ਹੈ ਗੁਰੂ ਪੂਰੀ ਤਰ੍ਹਾਂ। ਜਿਹੜਾ ਹਉਮੈ ਤੇ ਆਧਾਰ ਤੇ ਜੀਵਨ ਹੈ ਇਹ ਲੈ ਲੈਂਦਾ ਹੈ। ਭਾਈ ਮੰਝ ਦੀ ਕਥਾ ਕਿਸੇ ਦਿਨ ਵਿਚਾਰਨੀ ਬਣਦੀ ਹੈ। ਕਿੰਨਾ ਗਹਿਨ ਟੈਸਟ ਲਿਆ ਹੈ ਗੁਰੂ ਨੇ, ਸਭ ਕੁਝ ਹੀ ਲੈ ਲਿਆ ਭਾਈ ਮੰਝ ਦਾ, ਫਿਰ ਸਭ ਕੁਝ ਦੇ ਦਿੱਤਾ। ਲਿਆ ਤਦ ਤੱਕ ਲਿਆ ਜਦ ਤੱਕ ਹਉਮੈ ਗਿਰਦੀ ਨਹੀਂ ਹੈ, ਔਰ ਜਿਸ ਦਿਨ ਹਉਮੈ ਤੋਂ ਪਾਰ ਗਏ ਹਨ ਸਭ ਕੁਝ ਵਾਪਸ ਦੇ ਦਿੱਤਾ ਹੈ, ਕਈ ਗੁਣਾ ਵਾਪਸ ਦੇ ਦਿੱਤਾ ਹੈ। ਮੈਂ ਇਸ ਨੂੰ ਸੱਚ ਜਾਣਦਾ ਹਾਂ ਕਿ ਧਾਰਮਿਕ ਜੀਵਨ ਵਿੱਚ ਉਤਰਦੇ ਹੋਏ ਸਾਨੂੰ ਆਪਣਾ ਬਣਾਇਆ ਜੀਵਨ ਮੁੱਕ ਜਾਂਦਾ ਹੈ। ਕੁਝ ਇਹੋ ਜਿਹਾ ਐਕਸਪੀਰੀਅੰਸ ਹੋਇਆ ਹੈ ਮੈਨੂੰ ਕਿ ਆਪਣਾ ਜੀਵਨ ਮੁੱਕ ਜਾਂਦਾ ਹੈ, ਫਿਰ ਗੁਰੂ ਦੀ ਕਿਰਪਾ ਰਹਿੰਦੀ ਹੈ। ਇਹ ਕੋਈ ਗਿਆਨ ਕਿਸੇ ਨੂੰ ਕੀ ਹੈ ਮੈਨੂੰ ਨਹੀਂ ਪਤਾ, ਪਰ ਸਾਹਿਬ ਇਸ ਕਨਸੈਪਟ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਕਰਦੇ ਹਨ। ਮਰ ਜੀਵੜਾ, ਜਿਹੜਾ ਜਿੰਦੇ ਜੀ ਮਰ ਗਿਆ, ਆਪਣੇ ਈਗੋ ਸੈਂਟਰਡ ਮਾਈਂਡ ਤੋਂ ਮਰ ਗਿਆ, ਫਿਰ ਧਰਮ ਦਾ ਜੀਵਨ ਮਿਲ ਗਿਆ। ਸਤਿਗੁਰ ਕੇ ਜਨਮੇ ਗਮਨ ਮਿਟਾਇਆ। ਮਹਾਰਾਜ ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਉਸ ਅਲਖ ਦੀ ਗੱਲ ਦਾ ਮੈਨੂੰ ਗਿਆਨ ਕਿਵੇਂ ਹੋਏਗਾ ਜਿਹੜਾ ਲਿਖਿਆ ਨਹੀਂ ਜਾ ਸਕਦਾ, ਜਿਹਦੇ ਬਾਰੇ ਗੱਲ ਨਹੀਂ ਕੀਤੀ ਜਾ ਸਕਦੀ, ਜਿਹੜਾ ਡਿਫਾਈਨ ਨਹੀਂ ਹੋ ਸਕਦਾ। ਅਵਗਤ ਤੋਂ ਅਨਡਿਫਾਈਨਡ ਹੈ, ਉਸ ਨੂੰ ਕਿਵੇਂ ਜਾਣ ਸਕਦੇ ਹਾਂ? ਇਹ ਤਿੰਨ ਪ੍ਰਸ਼ਨਾਂ ਤੋਂ ਇਹ ਪਤਾ ਸ਼ੁਰੂ ਹੋਇਆ ਹੈ। ਇੱਕ ਤਰ੍ਹਾਂ ਦੀ ਟੋਨ ਸੈੱਟ ਹੋ ਗਈ ਹੈ, ਸਾਨੂੰ ਦਿਖ ਗਿਆ ਹੈ ਕਿ ਕਿਹੋ ਜਿਹੇ ਗਿਆਨੀ ਲੋਕਾਂ ਦੇ ਵਿੱਚ ਅਸੀਂ ਬੈਠੇ ਹਾਂ। ਇਮੈਜਿਨ ਕਰੀਏ ਰੀਠਾ ਸਾਹਿਬ ਹੋਏ ਜਾਂ ਸੁਮੇਰ ਪਰਬਤ ਹੋਏ, ਹਜੂਰ ਉੱਥੇ ਚਲੇ ਗਏ ਹਨ, ਘਰ ਉਹਨਾਂ ਦਾ ਹੈ, ਪ੍ਰਸ਼ਨ ਉੱਤਰ ਇਹ ਚੱਲ ਰਹੇ ਹਨ। ਇਨਰ ਸਪਿਰਿਚੁਅਲਿਟੀ ਦੀ ਗੱਲ ਚੱਲ ਰਹੀ ਹੈ। ਗੁਰਮੁਖ ਨੂੰ ਖੋਜਦੇ ਹੋਏ ਗੁਰੂ ਨਿਕਲੇ ਹਨ। ਇਹਨਾਂ 'ਚੋਂ ਕੋਈ ਹੋਣਗੇ ਜਿਨ੍ਹਾਂ ਦੀ ਪੁਕਾਰ ਗੁਰੂ ਨੇ ਸੁਣੀ ਹੈ। ਜੇ ਕੋਈ ਪੁੱਛੇ ਕਿ ਬਿਊਟੀ ਕਿੱਥੋਂ ਆਉਂਦੀ ਹੈ ਤਾਂ ਕਾਮਨਾ ਤੋਂ ਬਿਊਟੀ ਆਉਂਦੀ ਹੈ। ਕੋਈ ਬੁਲਾਉਂਦਾ ਹੈ ਉਸ ਨੂੰ ਤਾਂ ਆਉਂਦੀ ਹੈ। ਜੇ ਅਸੀਂ ਪੁੱਛੀਏ ਕਿ ਬੱਦਲ ਔਰ ਪਾਣੀ ਕਿੱਥੋਂ ਆਉਂਦੇ ਹਨ, ਪੇੜ ਬੁਲਾਉਂਦੇ ਹਨ ਤਾਂ ਆਉਂਦੇ ਹਨ। ਇਸ ਤਰ੍ਹਾਂ ਦੁਨੀਆ ਵਿੱਚ ਕੁਐਸਚਨ ਆਨਸਰ ਦੀ ਕੰਪਲੀਟਨੈਸ ਚੱਲਦੀ ਰਹਿੰਦੀ ਹੈ। ਪੇੜਾਂ ਨੂੰ ਪਿਆਸ ਲੱਗੀ ਹੈ, ਪ੍ਰਸ਼ਨ ਉੱਠਿਆ ਹੈ ਤਾਂ ਨਿਰੰਕਾਰ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਤਾਂ ਪਾਣੀ ਦੀ ਵਰਖਾ ਬੱਦਲ ਦੇ ਰਾਹੀਂ ਕਰ ਦਿੱਤੀ ਹੈ। ਅਸੀਂ ਅਗਰ ਸਤ ਲੱਭਾਂਗੇ ਤਾਂ ਸਾਹਿਬ ਨੇ ਇਹ ਸਮਝਾਇਆ ਹੈ ਕਿ ਸਤ ਫਿਰ ਮਿਲੇਗਾ, ਪਰ ਉਹਦੇ 'ਚ ਧੋਖਾ ਨਹੀਂ ਹੋਣਾ ਚਾਹੀਦਾ। ਇੱਕ ਤਰ੍ਹਾਂ ਦੀ ਸੰਗਤ ਹੈ, ਆਪਸੀ ਸੰਗਤ, ਜਿਹਦੇ ਵਿੱਚ ਇੱਕ ਦੂਜੇ ਨੂੰ ਅਸੀਂ ਸਹਿਯੋਗ ਕਰ ਸਕਦੇ ਹਾਂ। ਇਸ ਮਾਰਗ ਦੇ ਵਿੱਚ ਪੁਰਾਤਨ ਸਿੱਖਾਂ ਦੀ ਸੰਗਤਾਂ ਦਾ ਬੜਾ ਬਲ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦੀ ਇੱਕ ਬੜੀ ਨਿਰਾਲੀ ਕਥਾ ਹੈ, ਜਿਹਦੇ ਤੋਂ ਫਿਰ ਇਹ ਪਦਾ ਫਿਰ ਲਿਖਿਆ ਗਿਆ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਬੜੀ ਪਿਆਰੀ ਕਥਾ ਹੈ। ਸਿੱਖਾਂ ਦੀ ਟੋਲੀ ਦੇ ਵਿੱਚ ਇੱਕ ਬੱਚਾ ਆ ਗਿਆ ਜਿਹੜਾ ਅਨਾਰਥ ਸੀ, ਸਿੱਖਾਂ ਦਾ ਹੀ ਬੱਚਾ ਸੀ ਪਰ ਅਨਾਰਥ ਸੀ। ਲੰਬੀ ਕਥਾ ਹੈ, ਬਟ ਉਹ ਇੱਕ ਦਿਨ ਭਟਕਦਾ ਹੋਇਆ ਸਿੱਖਾਂ ਨਾਲ ਮਿਲ ਕੇ ਗੁਰੂ ਦੇ ਦੁਆਰ ਤੇ ਪਹੁੰਚ ਗਿਆ ਇੱਕ ਕੌਡੀ ਲੈ ਕੇ। ਉਸ ਕੌਡੀ ਨੂੰ ਕੋਈ ਸਿੱਖ ਨੂੰ ਦਿੱਤੀ ਉਸਨੇ। ਉਹ ਕੌਡੀ ਗੁਰੂ ਅੱਗੇ ਪਹੁੰਚ ਗਈ। ਬੱਚਾ ਬੰਦੀ ਸੀ ਕਿਸੇ ਦਾ। ਇੱਥੇ ਗੁਰੂ ਹਰਗੋਬਿੰਦ ਸਾਹਿਬ ਦੇ ਦੁਆਰ ਤੇ ਉਹ ਕੌਡੀ ਪਹੁੰਚੀ ਤੇ ਬੱਚਾ ਆਜ਼ਾਦ ਹੋ ਗਿਆ। ਕਿਧਰੇ ਦੂਰ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਖਰੀ ਲਾਈਨ ਦੀ ਇਹੀ ਹੈ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਦਾਨ ਦਾਨ ਦੇਤ ਹੈ।
ਬੜੀ ਨਿਰਾਲੀ ਕਥਾ ਹੈ। ਸਿੱਖਾਂ ਦੀ ਟੋਲੀ ਦੀ ਗੱਲ ਦੱਸਦੇ ਆ। ਇਹ ਪੁਰਾਤਨ ਸਮਾਂ ਸੀ ਇਸ ਦੇਸ਼ ਵਿੱਚ, ਜਦੋਂ ਪ੍ਰੇਮ, ਰੂਹਾਨੀਅਤ ਇਹਦੇ ਵਿੱਚ ਹਵਾ ਚੱਲਦੀ ਸੀ। ਬਾਰਡਰਲੈਸ, ਸੀਮਲੈਸ ਸੀ। ਧਰਮ ਨੂੰ ਪੋਲਿਟਿਕਸ ਨੇ ਵਰਤਿਆ ਨਹੀਂ ਸੀ ਹਾਲੇ। ਆਓ ਇਸ ਵਿਚਾਰ ਵਿੱਚ ਅੱਗੇ ਚੱਲੀਏ। ਅਗਲੀ ਪੰਕਤੀ ਸਾਹਿਬ ਦੀ ਹੈ, ਕਿਉਂਕਿ ਇੱਥੇ ਸਾਨੂੰ ਨਾਨਕ ਵਿੱਚ ਔਂਕੜ ਲੱਗਿਆ ਹੈ। ਤਾਂ ਜਿਹੜਾ ਨਾਨਕ ਪ੍ਰਣਵੇ ਦਾ ਸ਼ਬਦ ਹੈ, ਇਹ ਇਕੱਠੇ ਪੜ੍ਹਨਾ ਹੈ। ਤਾਂ ਮਹਾਰਾਜ ਕਹਿੰਦੇ ਨੇ, ਸੁਣ ਸੁਆਮੀ ਸਹਿ ਨਾਨਕ ਪ੍ਰਣਵੇ, ਆਪਣੇ ਮਨ ਸਮਝਾਏ। ਗੁਰੂ ਹੁਣ ਕਹਿ ਰਹੇ ਹਨ। ਸੁਆਮੀ ਦਾ ਮਤਲਬ ਲੱਗਦਾ ਇਹ ਹੈ ਕਿ ਜੋ ਯੋਗੀ ਬੈਠੇ ਹਨ, ਬਜ਼ੁਰਗ ਉਮਰ ਦੇ ਹਨ। ਸੁਣ ਸੁਆਮੀ, ਸੱਚ ਨਾਨਕ ਪ੍ਰਣਵੇ। ਨਾਨਕ ਦੀ ਇੱਕ ਬੇਨਤੀ ਹੈ, ਆਪਣੇ ਮਨ ਸਮਝਾਏ, ਆਪਣੇ ਹੀ ਮਨ ਨੂੰ ਸਮਝਾਈਏ। ਅਵਰ ਕੋ ਉਪਦੇਸ਼ੇ ਆਪ ਨਾ ਕਰੇ, ਆਵਤ ਜਾਵਤ ਜਨਮੇ ਮਰੇ। ਬੜਾ ਵੱਡਾ ਦੋਸ਼ ਹੈ ਮਹਾਰਾਜ। ਮੇਰੇ ਵਰਗੇ ਦੋਸ਼ੀ ਹਨ। ਆਪ ਤਾਂ ਕਰਨਾ ਨਹੀਂ, ਦੂਜਿਆਂ ਨੂੰ ਉਪਦੇਸ਼ ਦੇਣਾ ਹੈ। ਜਿਵੇਂ ਅਸੀਂ ਕਹਿੰਦੇ ਹਾਂ ਕਿ ਸਾਰੀ ਦੁਨੀਆ ਸਿੱਖ ਬਣ ਜਾਏ, ਆਪਣੇ ਮਨ ਨੂੰ ਸਿੱਖ ਨਹੀਂ ਬਣਾ ਪਾ ਰਹੇ, ਅਤੇ ਦੁਨੀਆ ਨੂੰ ਸਿੱਖ ਅਸੀਂ ਬਣਾਉਣ ਦੇ ਟਾਰਗੇਟ ਕਿੱਥੇ ਲੈ ਕੇ ਚੱਲੇ ਹਾਂ। ਗੁਰੂ ਨੇ ਅੰਦਰ ਜਾਣ ਨੂੰ ਕਿਹਾ ਹੈ, ਅਸੀਂ ਬਾਹਰ ਹੰਕਾਰ ਨੂੰ ਪ੍ਰਗਟ ਕਰਕੇ, ਧਰਮ ਨੂੰ ਵਰਤ ਕੇ ਹੰਕਾਰ ਨੂੰ ਪ੍ਰਗਟ ਕਰ ਰਹੇ ਹਾਂ। ਕੋਈ ਗੱਲ ਉਲਟੀ ਜਿਹੀ ਲੱਗਦੀ ਹੈ। ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸਾਨੂੰ, ਅਗਰ ਅੱਜ ਦੇ ਸਮੇਂ ਵਿੱਚ ਆਉਂਦੇ? ਨਾਮ ਔਰ ਸ਼ਬਦ ਨੂੰ ਤਾਂ ਅਸੀਂ ਵੀ ਭੁੱਲ ਗਏ ਹਾਂ, ਦੁਨੀਆ ਨੂੰ ਕੀ ਦੱਸਾਂਗੇ। ਪਰ ਅੱਜ ਇੱਕ ਥਾਟ ਜੀ ਆਈ ਮਨ ਵਿੱਚ ਕਿ ਅਗਰ ਇਹ ਸੁਸਾਇਟੀ ਸਾਰੀ ਰੀਸਟਰਕਚਰ ਹੋ ਜਾਏ ਤਾਂ ਇੱਥੋਂ ਦੁੱਖ ਹਟ ਜਾਏਗਾ, ਬਹੁਤ ਘਟ ਜਾਏਗਾ। ਇੱਕ ਆਨੰਦ ਦੀ ਹਜ਼ੂਰੀ ਰਹੇਗੀ। ਸ਼ਾਇਦ ਆਉਣ ਵਾਲਾ ਸਮਾਂ ਇਹ ਹੋਏਗਾ ਜਦੋਂ ਇੱਕ ਓਮਕਾਰ ਦੀ ਗੂੰਜ ਦੁਨੀਆ ਵਿੱਚ ਆਏਗੀ। ਇਸੇ ਤਰ੍ਹਾਂ ਆਏਗੀ ਜਦੋਂ ਮਨ ਜਗਣਗੇ ਲੋਕਾਂ ਦੇ। ਜਦੋਂ ਅਸੀਂ ਆਪਣੇ ਮਨ ਨੂੰ ਜਗਾ ਲਈਏ, ਮੈਂ ਜਗਾਉਣ ਦਾ ਯਤਨ ਕਰਾਂ, ਤੁਸੀਂ ਕਰੋ, ਅਸੀਂ ਸਾਰੇ ਕਰੀਏ, ਇਸ ਤਰ੍ਹਾਂ ਹਰ ਇੱਕ ਕਰੇ। ਜਦ ਤੱਕ ਅਸੀਂ ਆਪ ਨਹੀਂ ਜਗਾਂਗੇ, ਕੋਈ ਹੋਪ ਬਾਹਰ ਵਾਸਤੇ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ, ਆਪਣੇ ਮਨ ਸਮਝਾਏ। ਕਿਤਨੀ ਪਿਆਰੀ ਗੱਲ ਹੈ। ਇਹ ਕੋਈ ਛੋਟੀ ਗੱਲ ਨਹੀਂ ਹੈ, ਬੜਾ ਵੱਡਾ ਉਪਦੇਸ਼ ਹੈ। ਆਪਣੇ ਮਨ ਨੂੰ ਸਮਝਾਈਏ। ਕੀ ਸਮਝਾਣਾ ਹੈ ਮਹਾਰਾਜ? ਮਨ ਨੂੰ ਅਸੀਂ ਝੂਠ ਤੋਂ ਤੋੜ ਕੇ ਸੱਚ ਵੱਲ ਲਿਆਣਾ ਹੈ। ਆਵਾਗਮਨ ਤੋਂ ਤੋੜ ਕੇ ਵਿਸਰਾਮ ਵੱਲ ਜਾਣਾ ਹੈ। ਸ਼ਬਦ ਨਾਲ ਜੋੜਨਾ ਹੈ ਮਨ ਨੂੰ। ਇਮੈਜਿਨ ਕਰੀਏ, ਸਾਹਿਬ ਮਰਦਾਨਾ ਜੀ ਨਾਲ ਰਬਾਬ ਲੈ ਕੇ ਟੁਰੇ ਹਨ। ਰਾਤ ਦੇ ਹਨੇਰੇ ਵਿੱਚ ਸ਼ਬਦ ਆਇਆ ਹੈ। ਹਜੂਰ ਕਹਿੰਦੇ ਹਨ, ਮਰਦਾਨਾ ਰਬਾਬ ਉਠਾਓ, ਸ਼ਬਦ ਆ ਗਿਆ। ਔਰ ਫਿਰ ਆਲਾ ਦੁਆਲਾ ਸੁੰਨ ਹੋ ਜਾਂਦਾ ਹੈ ਹਜੂਰ ਦੀ ਬਾਣੀ ਨਾਲ। ਸ਼ਬਦ ਪ੍ਰਗਟ ਹੋਇਆ ਹੈ, ਇੱਕ ਨਿਰੰਕਾਰ ਦਾ ਪ੍ਰਗਟ ਹੋਇਆ ਸ਼ਬਦ, ਸਮਾਧੀ ਰੂਪ ਗੁਰੂ ਦੇ ਮੁਖ ਤੋਂ ਆਲੇ ਦੁਆਲੇ ਨੂੰ ਜਗਾ ਦਿੰਦਾ ਹੈ। ਸੁੱਤਿਆਂ ਨੂੰ ਜਗਾ ਦਿੰਦਾ ਹੈ, ਮਰਿਆਂ ਨੂੰ ਜੀਵਨ ਦੇ ਦਿੰਦਾ ਹੈ, ਰੋਗੀਆਂ ਨੂੰ ਅਰੋਗਿਤ ਕਰ ਦਿੱਤਾ ਹੈ, ਗੁਆਚਿਆਂ ਨੂੰ ਥਾਂ ਦੇ ਦਿੰਦਾ ਹੈ, ਚੋਰਾਂ ਨੂੰ ਆਪਣਾ ਰਸਤਾ ਦਿਖਾ ਦਿੰਦਾ ਹੈ। ਮੀਨਿੰਗ ਆ ਜਾਂਦਾ ਹੈ ਜੀਵਨ ਵਿੱਚ। ਨਹੀਂ ਤਾਂ ਕੀ ਮੀਨਿੰਗ ਹੈ? ਕੁਝ ਚੰਗ ਸਿੱਕੇ, ਕੁਝ ਸ਼ੋਰ, ਕੁਝ ਆਲਾ ਦੁਆਲਾ, ਔਰ ਆਲੇ ਦੁਆਲੇ ਆਪਣੇ ਸੁੱਖ ਨੂੰ ਲੱਭਦੇ ਹੋਏ ਦੁਨੀਆ ਸਾਡੇ ਆਲੇ ਦੁਆਲੇ ਫਿਰਦੀ ਹੈ। ਸਭ ਆਪਣੇ ਸੁੱਖ ਨੂੰ ਲੱਭਦੇ ਹੈ। ਜਿਸ ਦਿਨ ਸਾਡਾ ਦੁੱਖ ਉਹਨਾਂ ਦਾ ਸੁੱਖ ਨਾਲ ਕਲੈਸ਼ ਕਰੇਗਾ, ਸਭ ਰਿਲੇਸ਼ਨਸ਼ਿਪਸ ਡਰॉप ਕਰ ਜਾਂਦੇ ਹਨ।
ਕਿਸੇ ਦਾ ਸਰੀਰ ਬਿਮਾਰ ਹੋਇਆ, ਅਗਰ ਕਈ ਸਾਲ ਪਿਆ ਰਿਹਾ ਤਾਂ ਲੋਕੀ ਛੱਡ ਦਿੰਦੇ ਹਨ ਸੋਚਣਾ ਵੀ। ਸਮੇਂ ਨਾਲ ਸਭ ਰਿਲੇਸ਼ਨਸ਼ਿਪਸ ਰੀਡਿਫਾਈਨ ਹੋ ਜਾਂਦੇ ਹਨ। ਜਾਂ ਸ਼ਾਇਦ ਕੋਈ ਹੈ ਵੀ ਜਿਹੜਾ ਸਰੀਰ ਤੋਂ ਪਰੇ ਦਾ ਰਿਲੇਸ਼ਨ ਰੱਖਦਾ ਹੈ, ਪਰ ਉਹ ਤਾਂ ਤਪ ਹੀ ਹੋ ਗਿਆ ਇੱਕ ਤਰ੍ਹਾਂ ਦਾ। ਸਭ ਕੁਝ ਉਹ ਨਹੀਂ ਹੈ ਜੋ ਅਸੀਂ ਦੇਖਦੇ ਹਾਂ। ਇਹ ਕਮਿੰਗ ਟੂਗੇਦਰ ਆਫ ਸਰਕਮਸਟਾਂਸਿਸ ਹੈ। ਇਹਦੇ 'ਚੋਂ ਕੁਛ ਵੀ ਬਦਲੇਗਾ, ਪੋਸੀਬਿਲਿਟੀਜ਼ ਹਨ, ਸਭ ਕੁਝ ਰੀਡਿਫਾਈਨ ਹੋ ਸਕਦਾ ਹੈ। ਇਸ ਕਰਕੇ ਸਾਹਿਬ ਨੇ ਸਾਨੂੰ ਸਮਝਾਇਆ ਵੀ ਹੈ ਕਿ ਇੱਥੇ ਅਨਹੋਣੀ ਵੀ ਹੁੰਦੀ ਹੈ। ਦਰਅਸਲ ਅਨਹੋਣੀ ਹੀ ਹੁੰਦੀ ਹੈ। ਰਸਤਾ ਤਾਂ ਸਿਰਫ ਇੱਕੋ ਹੀ ਹੈ ਜਿੱਥੇ ਸਾਨੂੰ ਦੁਆਰ ਖੁੱਲ੍ਹੇਗਾ, ਜਿੱਥੇ ਜਵਾਬ ਮਿਲੇਗਾ, ਜਿੱਥੇ ਅਸੀਂ ਕੋਈ ਵਿਸਰਾਮ ਪਾ ਸਕਾਂਗੇ। ਉਹ ਸਿਰਫ ਸ਼ਬਦ ਔਰ ਨਾਮ ਹੈ, ਹੋਰ ਕੋਈ ਰਸਤਾ ਨਹੀਂ ਹੈ। ਇਹ ਬਾਣੀ ਤੋਂ ਅਗਰ ਮੈਂ ਕੁਝ ਸਮਝਿਆ ਹੈ ਤੇ ਇਹੀ ਗੱਲ ਬਾਰ-ਬਾਰ ਸਮਝ ਰਿਹਾ ਹਾਂ। ਬਿਨਾਂ ਸ਼ਬਦ ਔਰ ਨਾਮ ਦੇ ਕੋਈ ਰਸਤਾ ਨਹੀਂ ਹੈ। ਬੜੇ ਗਹਿਨ ਪ੍ਰਸ਼ਨ ਉਠਾਏ ਹਨ ਯੋਗੀਆਂ ਨੇ। ਸਾਹਿਬ ਫਿਰ ਸਮਝਾ ਰਹੇ ਹਨ, ਗੁਰਮੁਖ ਸ਼ਬਦੇ ਸੱਚ ਲਿਵ ਲਾਗੇ। ਸਾਹਿਬ ਨੂੰ ਮੱਥਾ ਟੇਕਣ ਨੂੰ ਜੀ ਕਰਦਾ ਹੈ। ਕਰ ਨਦਰੀ ਮੇਲ ਮਿਲਾਏ, ਇਹ ਰਸਤਾ ਹਜ਼ੂਰ ਕਹਿੰਦੇ ਹਨ। ਕੋਈ ਕਿਰਪਾ ਹੋ ਜਾਏ, ਅਸੀਂ ਵੀ ਸ਼ਬਦ ਨਾਲ ਸੁਰਤ ਨੂੰ ਕਮਾ ਸਕੀਏ। ਗੁਰਮੁਖ ਸ਼ਬਦੇ ਸਹਿ ਲਿਵ ਲਾਗੇ, ਫਿਰ ਉਹਦੀ ਨਜ਼ਰ ਹੋ ਜਾਏ। ਬਸ ਇਹ ਦੁਨੀਆ ਤੋਂ ਆਜ਼ਾਦੀ ਮਿਲ ਸਕਦੀ ਹੈ, ਇੱਕ ਨਵੀਂ ਦੁਨੀਆ ਦੇ ਵਿੱਚ ਹਜ਼ੂਰੀ ਮਿਲ ਸਕਦੀ ਹੈ। ਗੁਰਮੁਖ ਸ਼ਬਦੇ ਸੱਚ ਲਿਵ ਲਾਗੀ, ਸੱਚੇ ਦੇ ਨਾਲ ਲਿਵ ਲੱਗ ਗਈ। ਬੈਠੇ ਤੇ ਇੱਥੇ ਹੀ ਹਾਂ, ਸਰੀਰ ਵੀ ਇਹੀ ਹੈ, ਪਰ ਮਨ ਬਦਲ ਗਿਆ। ਗੁਰਮੁਖ ਸ਼ਬਦੇ ਸੱਚ ਲਿਵ ਲਾਗੇ, ਕਰ ਨਦਰੀ ਮੇਲ ਮਿਲਾਏ। ਮਿਲ ਗਏ ਹੁਣ ਵਿਛੜਨ ਦੀ ਗੱਲ ਨਹੀਂ ਚੱਲਣੀ ਹੈ। ਹੁਣ ਗੁਰੂ ਮਿਲ ਗਿਆ, ਹੁਣ ਇੱਕ ਸੈਲੀਬ੍ਰੇਸ਼ਨ ਆ ਗਈ ਹੈ। ਸਤਿਗੁਰੂ ਮੈਂ ਪਾਇਆ। ਇਹ ਨਿਰਾਲੇ ਲੋਕ ਹਨ ਬੜੇ। ਸਾਰੇ ਹੀ ਗੁਰੂਆਂ ਦੀ ਕਥਾ ਸੁਣੀਏ, ਜੀਵਨ ਖੜਾ ਹੋ ਜਾਂਦਾ ਹੈ, ਜਿਵੇਂ ਸਮਾਂ ਖੜਾ ਹੋ ਗਿਆ। ਇੱਥੇ ਦੁਨੀਆ ਵਿੱਚ ਬੜੇ ਲੋਕ ਭਟਕਾਉਣ ਵਾਸਤੇ ਧਰਮ ਦੀ ਗੱਲਾਂ ਚਲਾਉਂਦੇ ਹਨ, ਪਰ ਧਰਮ ਕਮਾਇਆ ਕਿਸ ਨੇ ਹੈ? ਆਨੰਦ ਦੀ ਗੱਲ ਤਾਂ ਕਈ ਕਰਦੇ ਹਨ। ਸਾਹਿਬ ਕਹਿੰਦੇ ਨੇ ਆਨੰਦ ਕਿਸੇ ਨੇ ਜਾਣਿਆ ਨਹੀਂ ਹੈ, ਬਹੁਤ ਥੋੜ੍ਹਿਆਂ ਨੇ ਜਾਣਿਆ। ਇਸੇ ਤਰ੍ਹਾਂ ਸ਼ਬਦ ਦੀ ਵੀ ਗੱਲ ਹੈ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਮਹਾਰਾਜ ਕਹਿੰਦੇ ਨੇ ਉਹੀ ਆਪੇ ਦਾਨਾ ਆਪੇ ਬੀਨਾ, ਉਹੀ ਦੇਣ ਵਾਲਾ ਹੈ ਔਰ ਉਹੀ ਦੇਖਣ ਵਾਲਾ ਹੈ। ਉਹੀ ਹੈ ਜੋ ਸਭ ਕੁਝ ਦਿੰਦਾ ਹੈ ਸਾਨੂੰ। ਇਹ ਗੱਲ ਸਮਝਣੀ ਸ਼ਾਇਦ ਸੌਖੀ ਨਹੀਂ ਹੋਏ, ਕਿਉਂਕਿ ਅਸੀਂ ਹੰਕਾਰ ਰੂਪੀ ਹਉਮੈ ਦੇ ਸਰੀਰ ਵਿੱਚ ਰਹਿੰਦੇ ਹਾਂ। ਸਾਨੂੰ ਇਹ ਸੋਚ ਨਹੀਂ ਮਨ ਵਿੱਚ ਆਉਂਦੀ ਕਿ ਸਭ ਕੁਝ ਦਿੱਤਾ ਹੋਇਆ ਹੈ। ਤਨ ਮਨ ਧਨ ਸਭ ਕੁਝ, ਇਹ ਸਭ ਉਹਦਾ ਦਿੱਤਾ ਹੈ, ਮੇਰਾ ਇਹਦੇ 'ਚ ਕੁਝ ਵੀ ਨਹੀਂ ਹੈ। ਦੇਖਣ ਵਾਲਾ ਵੀ ਉਹੀ ਹੈ। ਮਨ ਵਿੱਚ ਇੱਕ ਕਨੈਕਸ਼ਨ ਹੈ ਜਿਹਦੇ ਤੋਂ ਗਿਆਨ ਸਾਹਿਬ ਸਾਨੂੰ ਦੇ ਰਹੇ ਹਨ ਕਿ ਸਭ ਕੁਝ ਉਹਨੇ ਦਿੱਤਾ ਹੈ ਸਾਨੂੰ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਭਾਗ ਜਦੋਂ ਪੂਰੇ ਹੋਣਗੇ ਤਾਂ ਸਮਾ ਜਾਵਾਂਗੇ, ਜਾਂ ਜਦੋਂ ਸਮਾ ਜਾਵਾਂਗੇ ਤਾਂ ਭਾਗ ਪੂਰੇ ਹੋ ਜਾਣਗੇ। ਭਾਗ ਕਿਵੇਂ ਪੂਰੇ ਹੋਣਗੇ ਮਹਾਰਾਜ? ਨਾਮ ਤੋਂ ਪੂਰੇ ਹੋਣਗੇ। ਕਿਸੇ ਕੋਲ ਵੀ ਭਾਗ ਪੂਰੇ ਨਹੀਂ ਹਨ। ਨਾਮ ਦੀ ਅਭਿਆਸ ਦੀ ਲੋੜ ਹੈ। ਜਿਤਨਾ ਨਾਮ ਦਾ ਅਭਿਆਸ ਕਰਾਂਗੇ ਉਤਨੇ ਭਾਗ ਪੂਰੇ ਹੋਣ ਦਾ ਮਾਰਗ ਖੁੱਲ੍ਹਦਾ ਜਾਏਗਾ।
जो कुछ वरत रहा है वो तो सब व्यवहार है। जितना दिन शरीर है वो वरतेगा, पर मन करके अगर बदलाव आ गया तो सब कुछ बदल गया। इस मन को कोई खोजो पाई, मन छूटे तन कहाँ समाई, तन छूटे मन कहाँ समाई। ए मन कित्थे समाया? जाना तो मन दे नाल ही है, तन थोड़ी जाएगा। और अगर मन की अवस्था आनंद की है तो आनंद ही है ना, फिर पूर्ण परमानंद। भगत कबीर नूं रामानंद की ठोकर वजी है, जग गया है, राम का जाप करता है। जाप करते करते ज्ञान हो गया, मन तो परे चले गया। जप मन सतनाम सदा सतनाम, हलत पलत मुख ऊजल हुई है। ऐसे करके साहिब ने सानू कीर्तन भी बख्शिया है नाल। साहिब की कृपा है, उन्हां दी बाणी विचार के सानू कुछ झलक पैंदी है उस सत दी। यह हुण प्रश्नां वाला पदा है। अगले दो पदियां विच इहदे जवाब बिखर के आ रहे हैं। पहले प्रश्न का जिहड़ा उत्तर है वो पहली पंक्ति विच अगले पदे विच है। सू शब्द को निरंतर वास अलखंग, जह देखा तह सोई। ये सीमलैस जी वर्ल्ड है, इत्थे कोई बॉर्डर नहीं हैं। जदों एक बार उत्थे कोई वस गया उस कोल सारी दुनिया है। हुण कोई वीजे की लोड़ नहीं पैंदी। निरंतर है, कॉन्स्टेंट है, एवर प्रिवेडिंग है, हर जगह ते है, हर कणके कणके दे विच है। यही कमाल की गल है, हर जगह ते है और सानू तो दिखता नहीं है महाराज। दर्शन देखना भी फर्क है। असी जिन्हां अखां नाल देखते हाँ वो मन तो ही चार्ज हुई हैं। साडा देखना सुनना टच करना यह सब मन तो ही हो रहा है, और मन एक अवेयरनेस है। मैनूं लगदा जदों वो अवेयरनेस उस डायमेंशन विच उतरेगी तो उसकी हजूरी हर जगह दिख जाएगी। यही समझा रहे हैं महाराज। जह देखा तह सोई, उत्थे होर कुछ नहीं दिख रहा। मेरे सामने कई लोग हैं, कई दीवारां हैं, कई होर वस्तुआं हैं, वो दिखते हुए भी दिखता उही पिया है। जिवें सब कुछ दिख रहा है पर महसूस हो रहा है कि गुरु गोबिंद सिंह साहब हर जगह हाजिर हैं। इस तरह का कुछ होएगा। जह देखा तह सोई। महाराज कहते हैं कि यह जिहड़ी शब्द की गल चला रहे हो आप, यह हर जगह हाजिर है। एक कोई भी जगह नहीं है जिथे वो नहीं है। वो डायमेंशन नहीं है कि ऊपर है कि थल्ले है, वो हर जगह है। बस उसका प्लेन फर्क लगता पिया है। सानू नहीं दिख रहा, सानू नज़र नहीं आता। यह तो बड़ी रिविलेशन की तरह है। अलखंग जो दिखता नहीं है, अगम अगोचर अलख अपारा। योगियों का भी एक शब्द है अलखंग, जो नहीं नजर आता पर वो है। क्योंकि दुनिया सारी सेंसिस ड्रिवन हो गई। जो सानू दिखता है असी उसते बहुत ज़्यादा इन्वेस्टमेंट की है, जो नहीं दिखता उस दे विच इन्वेस्टमेंट बहुत थोड़ी है। उत्थे अभ्यास की लोड़ है, सानू अंतर जाण की लोड़ है। सू शब्द को निरंतर वास अलखंग, जह देखा तह सोई। जिथे मैं देखता हाँ उत्थे वो है। यह महाराज के दर्शन हैं। महाराज नूं यह दर्शन हो रहे हैं, सानू वो शेयर करते हैं। पवन का वासा सुन निवासा, अकाल अकल कला तर सोई।
ਪਵਨ ਕਾ ਵਾਸਾ। ਪਵਨ ਤੋਂ ਭਾਵ ਸਵਾਸ, ਔਰ ਇਹ ਸਵਾਸ ਸੁਣਨ ਦੇ ਵਿੱਚ ਵਾਸਾ ਰੱਖਦੇ ਹਨ। ਅਕਲ ਕਲਾ ਤਰਸ ਹੋਈ। ਪ੍ਰਸ਼ਨ ਕੀ ਸੀ ਇਹ ਉਹਦਾ ਉੱਤਰ ਨਹੀਂ ਲੱਗਦਾ ਹੈ, ਇਹ ਹੁਣ ਨਰੇਸ਼ਨ ਹੀ ਚੱਲ ਰਹੀ ਹੈ। ਦੂਜਾ ਪ੍ਰਸ਼ਨ ਸੀ, ਤ੍ਰੈਸਤ ਅੰਗੁਲ ਵਾਈ ਕਹੀਏ ਤਿਸ ਕਹਿ ਕਵਨ ਆਧਾਰੋ, ਜੀਵਨ ਦਾ ਆਧਾਰ ਕਿਹੜਾ ਹੈ? ਇਹ ਜਿਹੜੇ ਸਵਾਸ ਚੱਲਦੇ ਹਨ ਉਹਦਾ ਆਧਾਰ ਕੀ ਹੈ? ਇਹ ਹੁਣ ਦੂਜਾ ਪ੍ਰਸ਼ਨ ਸੀਗਾ। 3 ਪ੍ਰਸ਼ਨ ਜਿਹੜੇ ਨੇ ਉਹਨਾਂ ਨੂੰ ਐਡਰੈਸ ਕੀਤਾ ਹੈ। ਤਾਂ ਮਹਾਰਾਜ ਨੇ ਜੋ ਸਮਝਾਇਆ ਸਾਨੂੰ, ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ। ਇਹ ਜਿਹੜੀ ਸੁਣਨ ਦੀ ਗੱਲ ਹੈ ਸਾਹਿਬ ਨੇ ਪਹਿਲੇ ਵੀ ਕੀਤੀ ਹੈ। ਸੁਨ ਸਮਾਦ, ਇੱਕ ਮਨ ਦੀ ਅਫੁਰ ਅਵਸਥਾ, ਥਾਟਲੈਸ ਮਾਈਂਡ। ਬਜ਼ੁਰਗਾਂ ਨਾਲ ਕਈ ਸਾਲ ਬਿਤਾਏ। ਇੱਕ ਦਿਨ ਪੁੱਛਦੇ ਸੀ ਮੈਨੂੰ, ਕਹਿੰਦੇ ਤੂੰ ਕੁਝ ਥਾਟਲੈਸ ਹੋ ਜਾਂਦਾ ਹੈ ਦਿਨ ਵਿੱਚ ਕੋਈ ਵਾਰ? ਇੱਕ ਪ੍ਰਸ਼ਨ ਸੀ। ਅਭਿਆਸ ਦਾ ਤਰੀਕਾ ਦੇਖ ਰਹੇ ਸਨ ਕਿ ਥਾਟ ਤੋਂ ਪਰੇ ਜਾ ਸਕਦਾ ਹੈ। ਮੈਨੂੰ ਤਾਂ ਐਕਸਪੀਰੀਅੰਸ ਨਹੀਂ ਹੈ, ਪਰ ਪੁੱਛਦੇ ਸਨ। ਨਦਰ ਕਰੇ ਸ਼ਬਦ ਘਟ ਮੇ ਵਸੇ ਵਿੱਚੇ ਭਰਮ ਗਵਾਏ। ਇਹ ਸਭ ਖੇਡ ਉਹਦੀ ਨਦਰ ਦੀ ਹੈ। ਇਸੇ ਗੱਲ 'ਤੇ ਮੈਂ ਆਪ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਯੋਗੀਆਂ ਦਾ ਜਿਹੜਾ ਮਤ ਹੈ ਉਹ ਈੜਾ ਪਿੰਗੜਾ ਦੀ ਗੱਲ ਚਲਾਉਂਦਾ ਹੈ। ਉਹ ਇੱਕ ਐਫਰਟ ਦੀ ਗੱਲ ਕਰਦਾ ਹੈ। ਯੋਗੀ ਕਹਿੰਦਾ ਹੈ ਕਿ ਮੈਂ ਇਹ ਸਭ ਕੁਝ ਕਰਕੇ ਦੁਆਰ ਖੋਲ੍ਹ ਲਵਾਂਗਾ, ਪਰ ਗੁਰੂ ਕਹਿੰਦਾ ਹੈ ਇਹ ਨਜ਼ਰ ਨਾਲ ਖੁੱਲੇਗਾ। ਜਿਸ ਦਾ ਵੀ ਖੁੱਲੇਗਾ ਨਜ਼ਰ ਨਾਲ ਹੀ ਖੁੱਲੇਗਾ। ਬੜਾ ਫਰਕ ਹੈ। ਇੱਕ ਵਿੱਚ ਹੰਕਾਰ ਹੈ, ਇੱਕ ਵਿੱਚ ਸਬਮਿਸ਼ਨ ਹੈ। ਪਵਨ ਕਾ ਵਾਸਾ ਸੁਨ ਨਿਵਾਸਾ ਅਕਲ ਕਲਾ ਧਰ ਸੋਈ, ਨਦਰ ਕਰੇ ਸ਼ਬਦ ਘਟ ਮੇ ਵਸੇ। ਸ਼ਬਦ ਘਟ ਮੇ ਵਸੇ ਤੋਂ ਭਾਵ ਕੀ ਹੈ ਮਹਾਰਾਜ? ਮੈਨੂੰ ਲੱਗਦਾ ਹੈ ਅਸੀਂ ਅਭਿਆਸ ਵਿੱਚ ਉਤਰਦੇ ਹਾਂ, ਮੂਲ ਮੰਤਰ ਦਾ ਅਭਿਆਸ ਕਰਦੇ ਹਾਂ, ਕਦਰੇ ਲਿਵ ਲੱਗ ਗਈ ਤਾਂ ਫਿਰ ਮੂਲ ਮੰਤਰ ਹੁਣ ਚੱਲ ਪਿਆ। ਹੁਣ ਉਹਨੇ ਸੁਣਾ ਦਿੱਤਾ ਸਾਨੂੰ। ਹੁਣ ਉਸ ਦਾ ਸੁਣਿਆ ਸ਼ਬਦ ਸਾਡੇ ਘਟ ਵਿੱਚ ਵਸ ਗਿਆ। ਸ਼ੁਰੂਆਤ ਤਾਂ ਮੇਰੇ ਬੋਲਣ ਤੋਂ ਹੋਈ ਹੈ। ਮਨ ਜਗ ਗਿਆ ਔਰ ਮਨ ਜਗਾਉਣ ਵਿੱਚ ਉਸਨੇ ਸੁਣਾਇਆ ਹੈ ਸ਼ਬਦ ਸਾਨੂੰ। ਕਿਸ ਨੇ ਸੁਣਾਇਆ ਹੈ? ਨਿਰੰਕਾਰ ਨੇ। ਮੈਨੂੰ ਲੱਗਦਾ ਕੁਝ ਇਸ ਤਰ੍ਹਾਂ ਦਾ ਵਰਤਾਲਾ ਵਰਤਦਾ ਹੈ ਮਨ ਦੀ ਲੈਵਲ 'ਤੇ। ਨਦਰ ਕਰੇ ਸ਼ਬਦ ਘਟ ਮੇ ਵਸੇ, ਇਹ ਅੰਤਰ ਵਸ ਗਿਆ। ਵਿੱਚੋਂ ਭਰਮ ਗਵਾਏ, ਤਾਂ ਫਿਰ ਭਰਮ, ਭੁਲੇਖਾ, ਮਾਇਆ, ਕਨਫਿਊਜ਼ਨ, ਡਾਊਟ ਮਹਾਰਾਜ ਕਹਿੰਦੇ ਨੇ ਚਲੇ ਜਾਂਦੇ ਹਨ। ਸਭ ਨੂੰ ਡਾਊਟ ਹੈ ਸਾਨੂੰ। ਅਗਰ ਡਾਊਟ ਨਾ ਹੋਏ ਤਾਂ ਸਾਡਾ ਜੀਵਨ ਇਸ ਤਰ੍ਹਾਂ ਨਾ ਹੋਏ ਜੋ ਅੱਜ ਹੈ। ਅਗਰ ਸਾਨੂੰ ਸ਼ੋਰ ਹੋਏ ਕਿ ਇਹ ਸਭ ਕੁਝ ਹੈ ਇਸੇ ਤਰ੍ਹਾਂ ਹੀ, ਕਿ ਮੈਨੂੰ ਆਨੰਦ ਦੀ ਵਰਖਾ ਹੋ ਸਕਦੀ ਹੈ, ਕਿ ਮੈਨੂੰ ਸਰੀਰ ਦੇ ਰਹਿਤ ਜੀਵਨ ਮਿਲ ਸਕਦਾ ਹੈ, ਕਿ ਮੈਨੂੰ ਬ੍ਰਹਮ ਗਿਆਨ ਹੋ ਸਕਦਾ ਹੈ, ਅਗਰ ਮੈਨੂੰ ਸ਼ੋਰ ਹੋਏ ਤਾਂ ਮੇਰਾ ਜੀਵਨ ਉਸੇ ਮਿੰਟ ਪਲਟ ਜਾਏਗਾ। ਮੈਨੂੰ ਡਾਊਟ ਹੈ, ਇਸ ਕਰਕੇ ਨਹੀਂ ਪਲਟਦਾ। ਮੇਰੇ ਮਨ ਵਿੱਚ ਭਰੋਸਾ ਨਹੀਂ ਉਤਰਿਆ ਕਿ ਮੇਰੇ ਮਨ ਵਿੱਚ ਇੱਕ ਜੋਤ ਜਗਦੀ ਹੈ, ਕਿ ਮਨ ਵਿੱਚ ਇੱਕ ਆਨੰਦ ਦੀ ਵਰਖਾ ਹੈ। ਅਗਰ ਹੋਏ ਤਾਂ ਮੈਂ ਉਸ ਪਾਸੇ ਨੂੰ ਟੁਰ ਪਾਵਾਂ, ਜਾਂ ਖੋਜਣ ਨੂੰ ਤਾਂ ਨਿਕਲਾਂਗਾ ਹੀ ਸੀਰੀਅਸਲੀ। ਪਰ ਮਨ ਡਿਵਾਈਡਡ ਵੀ ਬੜਾ ਹੈ, ਹੋਰ ਬੜੀ ਉਲਝਣਾਂ ਨੇ। ਰੋਜ਼ ਦੇ ਵਿਵਹਾਰ ਹੀ ਇਤਨੀ ਸ਼ਕਤੀ ਲੈ ਜਾਂਦਾ ਹੈ। ਰੋਜ਼ਮर्रा ਦਾ ਜੀਵਨ ਹੀ ਹੁਣ ਇਤਨਾ ਜ਼ਿਆਦਾ ਲੋਡਡ ਹੈ ਐਨਰਜੀ ਤੋਂ ਕਿ ਸਾਨੂੰ ਡਰੇਨ ਕਰ ਦਿੰਦਾ ਹੈ। ਮੈਨੂੰ ਕਈ ਵਾਰ ਇਹ ਥਾਟ ਆਉਂਦੀ ਹੈ ਕਿ ਅਧਿਆਤਮ ਦਾ ਰਿਲੇਸ਼ਨ ਸਟੈਮਿਨਾ ਨਾਲ ਬਹੁਤ ਹੈ, ਔਰ ਫਿਜ਼ੀਕਲ ਸਟੈਮਿਨਾ ਉਹਦੇ ਵਿੱਚ ਇੱਕ ਬਹੁਤ ਜ਼ਰੂਰੀ ਰੋਲ ਪਲੇ ਕਰਦਾ ਹੈ।
ਫਿਜ਼ੀਕਲੀ ਫਿੱਟ ਨਾ ਹੋਣ ਕਰਕੇ ਵੀ ਅਧਿਆਤਮ ਤੋਂ ਚੂਕ ਸਕਦਾ ਇਨਸਾਨ। ਮੈਂ ਆਪਣੀ ਗੱਲ ਕਰਦਾ, ਕਿਉਂਕਿ ਜੋ ਜੀਵਨ ਰੋਜ਼ਮर्रा ਦੇ ਜੀਵਨ ਦੇ ਵਿੱਚ ਜੋ ਇਸ਼ੂਜ਼ ਆਉਂਦੇ ਹਨ, ਉਹਨਾਂ ਸਭ ਵਾਸਤੇ ਫਿਜ਼ੀਕਲ ਔਰ ਮੈਂਟਲ ਸਟੈਮਿਨਾ ਦੀ ਲੋੜ ਪੈਂਦੀ ਹੈ, ਔਰ ਇਹ ਦੋਨੋਂ ਰਿਲੇਟਡ ਹਨ। ਅਗਰ ਸਰੀਰ ਥੱਕ ਜਾਏਗਾ ਤਾਂ ਮਨ ਵੀ ਥੱਕ ਜਾਏਗਾ, ਔਰ ਅਗਰ ਥੱਕ ਜਾਵਾਂਗੇ ਤਾਂ ਫਿਰ ਸਾਨੂੰ ਅਭਿਆਸ ਦਾ ਸਮਾਂ ਨਹੀਂ ਰਹੇਗਾ। ਇਸ ਕਰਕੇ ਸਟੈਮਿਨਾ ਇੱਕ ਬੜਾ ਰੈਲੇਵੈਂਟ ਐਸਪੈਕਟ ਹੈ, ਮੈਨੂੰ ਲੱਗਦਾ ਹੈ। ਤਨ ਮਨ ਨਿਰਮਲ, ਨਿਰਮਲ ਬਾਣੀ, ਨਾਮੋ ਮਨ ਵਸਾਇਆ। ਮਨ ਨਿਰਮਲ ਹੋ ਗਿਆ ਮਹਾਰਾਜ, ਮਨ ਹੁਣ ਜੁੜ ਗਿਆ, ਮਨ ਨੂੰ ਭਟਕਣ ਦੀ ਲੋੜ ਨਹੀਂ ਪੈ ਗਈ, ਇਕਾਗਰ ਹੋ ਗਿਆ। ਹੁਣ ਸ਼ਬਦ ਵਿੱਚ ਸੁਰਤ ਲੱਗ ਗਈ ਹੈ, ਮਨ ਵਿੱਚ ਨਾਮ ਵਸ ਗਿਆ ਹੈ, ਪ੍ਰੇਮ ਉਤਰ ਗਿਆ ਹੈ। ਸਾਹਿਬਿਕ ਅਵਸਥਾ ਦੀ ਗੱਲ ਸਾਡੇ ਨਾਲ ਸ਼ੇਅਰ ਕਰਦੇ ਪਏ ਹਨ। ਸ਼ਬਦ ਗੁਰੂ ਭਵਸਾਗਰ ਤਰੀਏ, ਇਤ ਉਤ ਏਕੋ ਜਾਣੇ। ਫਿਰ ਸ਼ਬਦ ਦੀ ਗੱਲ ਸਾਡੇ ਨਾਲ ਸਾਂਝੀ ਕਰਦੇ ਹਨ। ਜਿਵੇਂ ਕੁੱਟ-ਕੁੱਟ ਕੇ ਸਾਡੇ ਅੰਦਰ ਭਰਨਾ ਚਾਹੁੰਦੇ ਹਨ, ਸ਼ਬਦ ਗੁਰੂ ਹੈ। ਸ਼ਬਦ ਗੁਰੂ ਸਾਨੂੰ ਪਾਰ ਉਤਾਰਾ ਕਰ ਸਕਦਾ ਹੈ, ਸਾਡਾ ਦਰਵਾਜ਼ਾ ਬਣ ਸਕਦਾ ਹੈ। ਔਰ ਅਗਰ ਉਹ ਦਰਵਾਜ਼ਾ ਖੁੱਲ੍ਹ ਜਾਂਦਾ ਹੈ ਤਾਂ ਇਤ ਉਤ ਏਕੋ ਜਾਣੇ, ਸਭ ਕੁਝ ਇੱਕੋ ਹੀ ਹੈ, ਦੋ ਨਹੀਂ ਹਨ। ਇਹ ਫਿਰ ਗਿਆਨ ਸਾਹਿਬ ਕਹਿੰਦੇ ਹਨ ਹੋ ਜਾਂਦਾ ਹੈ। ਜਦੋਂ ਸ਼ਬਦ ਮਨ ਨਾਲ ਜੁੜੇਗਾ, ਮਨ ਆਪਣੀ ਡੂੰਘਾਈ ਵਿੱਚ ਉਤਰੇਗਾ, ਰੂਟ ਮਾਈਂਡ ਵੱਲ ਜਾਏਗਾ। ਮੂਲ ਪਛਾਣ, ਮੂਲ ਰੂਟ ਮਾਈਂਡ, ਰੂਟ ਸੋਰਸ, ਆਪਣਾ ਮੂਲ ਮਨ ਦੇ ਸੋਰਸ ਵੱਲ ਅਸੀਂ ਟੁਰ ਪਵਾਂਗੇ। ਗੁਰੂ ਜੋੜ ਦੇਗਾ। ਜਿਵੇਂ ਬੁੱਲੇ ਸ਼ਾਹ ਕਹਿੰਦਾ, ਮੈਨੂੰ ਤਾਂ ਐਵੇਂ ਹੀ ਜੋੜ ਦਿੱਤਾ, ਐਵੇਂ ਹੀ ਗੁਰੂ ਨੇ ਜੋੜ ਦਿੱਤਾ। ਮਨ ਨਿਰਮਲ ਹੋ ਗਿਆ ਤਾਂ ਜੁੜ ਗਿਆ। ਅਗਲੇ ਪਦੇ ਵਿੱਚ ਨਹੀਂ, ਇੱਕ ਪੰਕਤੀ ਇਸ ਪਦੇ ਦੀ ਰਹਿੰਦੀ ਹੈ, ਚਹਿਨ ਵਰਨ ਨਹੀਂ ਛਾਇਆ। ਕੋਈ ਚਿੰਨ ਨਹੀਂ ਹੈ, ਕੋਈ ਵਰਨ ਨਹੀਂ ਹੈ, ਕੋਈ ਡਿਵੀਜ਼ਨਸ ਨਹੀਂ ਹਨ ਇੱਥੇ, ਕੋਈ ਸਾਈਨਸ ਨਹੀਂ ਹਨ। ਛਾਇਆ ਮਾਇਆ ਨਾਨਕ ਸ਼ਬਦ ਪਛਾਣੇ। ਚਹਿਨ ਵਰਨ ਨਹੀਂ, ਛਾਇਆ ਮਾਇਆ ਨਾਨਕ ਸ਼ਬਦ ਪਛਾਣੇ। ਸ਼ਬਦ ਦੇ ਜ਼ਰੀਏ ਸਾਰੀ ਦੁਨੀਆ ਜਾਣ ਲਈ ਹੈ। ਇਹ ਮਾਇਆ ਨੂੰ ਵੀ ਜਾਣ ਲਿਆ ਹੈ। ਯੋਗੀਆਂ ਨੂੰ ਸਾਹਿਬ ਇੱਕ ਗੱਲ ਦੱਸ ਰਹੇ ਹਨ। ਅਗਲੇ ਪਦੇ ਵਿੱਚ ਪਿਛਲੇ ਦੋ ਹੋਰ ਪ੍ਰਸ਼ਨਾਂ ਦਾ ਜਵਾਬ ਹੈ। ਪ੍ਰਸ਼ਨ ਕੀ ਸੀ? ਪ੍ਰਸ਼ਨ ਸੀ, ਤ੍ਰੈ ਸਤ ਅੰਗੁਲ ਵਾਈ ਕਹੀਏ ਤਿਸ ਕੋ ਕਵਣ ਆਧਾਰੋ। ਇਹ ਜਿਹੜੀ 10 ਉਂਗਲੀਆਂ ਦਾ ਸਵਾਸ ਹੈ, ਜਿਹੜੀ ਕੱਲ ਗੱਲ ਚਲਾ ਰਹੇ ਸੀ ਇੰਦਰਜੀਤ ਵੀਰ, ਕਿ ਇਹ ਜਿਹੜੇ ਸੈਂਟਰਸ ਹਨ, ਨਾਭੀ ਜਿਵੇਂ ਇੱਕ ਸੈਂਟਰ ਹੈ, ਤਾਂ ਸਵਾਸ ਨਾਭੀ ਤੋਂ ਚੱਲਦਾ ਹੈ। ਤਾਂ 10 ਉਂਗਲ ਦਾ ਇਹ ਸਵਾਸ ਹੈ, ਇਹਦਾ ਆਧਾਰ ਕੀ ਹੈ? ਪ੍ਰਸ਼ਨ ਉੱਠਿਆ ਹੈ। ਮਹਾਰਾਜ ਉਹਦਾ ਜਵਾਬ 60ਵੇਂ ਪੌੜੀ ਵਿੱਚ ਦਿੰਦੇ ਹਨ, ਪਦੇ ਵਿੱਚ ਦਿੰਦੇ ਹਨ। ਤ੍ਰੈ ਸਤ ਅੰਗੁਲ ਵਾਈ ਔਦ ਸੁਨ ਸੱਚ ਆਹਾਰੋ। ਇਹ ਜਿਹੜਾ ਸੁਨ ਹੈ, ਸੁਨ ਅਵਸਥਾ ਕਿੱਥੇ ਹੈ? ਜਿੱਥੇ ਮੈਂ ਨਹੀਂ ਹਾਂ, ਜਿੱਥੇ ਕੇਵਲ ਨਿਰੰਕਾਰ ਹੈ। ਸਮਾਧੀ 3 ਚੀਜ਼ਾਂ ਦਾ ਮਿਲਨ ਹੈ, ਸਵਾਸ, ਸੁਰਤ ਔਰ ਸ਼ਬਦ। ਮੇਰਾ ਐਕਸਪੀਰੀਅੰਸ ਨਹੀਂ ਹੈ, ਮੈਂ ਜਾਣਿਆ ਹੈ, ਕਿਧਰੇ ਪੜ੍ਹਿਆ ਸੀ, ਜਿੱਥੇ ਸੁਨ ਮਿਲ ਜਾਂਦਾ ਹੈ, ਨਾ ਸਵਾਸ ਰਹਿੰਦਾ ਹੈ ਫਿਰ, ਔਰ ਸੁਰਤ ਔਰ ਸ਼ਬਦ ਵੀ ਇੱਕ ਹੋ ਜਾਂਦੇ ਹਨ। ਇਹਦੀ ਗੱਲ ਵੀ ਹੁਣ ਸਾਹਿਬ ਇਸ ਪਦੇ ਵਿੱਚ ਚਲਾਣਗੇ। ਪਰ ਇੱਥੇ ਮਹਾਰਾਜਾ ਦੱਸ ਰਹੇ ਹਨ ਕਿ ਜਿਹੜਾ ਸੁਨ ਹੈ, ਇਹ ਆਧਾਰ ਹੈ ਇਸ ਸਵਾਸ ਦਾ। ਇਹ ਜਿਹੜਾ ਨਿਰੰਕਾਰ ਹੈ, ਇਸ ਸਵਾਸ ਦਾ ਆਧਾਰ ਹੈ। ਇਹਨੂੰ ਸੋਚਣਾ ਬਣਦਾ ਹੈ। ਪ੍ਰਸ਼ਨ ਐਸੀ ਕਿ ਸਵਾਸ ਦਾ ਆਧਾਰ ਕੀ ਹੈ? ਅਗਰ ਕੋਈ ਪੁੱਛੇ
ਕਿ ਮੈਨੂੰ ਸਵਾਸ ਆਉਂਦਾ ਹੈ ਕਿ ਮੈਂ ਲੈਂਦਾ ਹਾਂ। ਡਜ਼ ਬ੍ਰੈਥ ਕਮ ਟੂ ਮੀ ਔਰ ਡੂ ਆਈ ਬਰੀਥ? ਇਹਦਾ ਕੀ ਜਵਾਬ ਬਣੇਗਾ? ਤਾਂ ਸਵਾਸ ਮੈਨੂੰ ਆਉਂਦਾ ਹੈ, ਮੇਰੇ ਕੰਟਰੋਲ 'ਚ ਨਹੀਂ ਹੈ ਸਵਾਸ। ਇਹ ਨਿਰੰਕਾਰ ਦਾ ਰੂਪ ਸਵਾਸ ਬਣ ਕੇ ਸਾਨੂੰ ਸ਼ਕਤੀ ਦਿੰਦਾ ਹੈ, ਸਾਡੇ ਜੀਵਨ ਨੂੰ ਚਲਾਉਂਦਾ ਹੈ, ਸਾਡੇ ਵੀ ਔਰ ਹੋਰ ਆਲੇ ਦੁਆਲੇ ਸਾਰੀ ਸ੍ਰਿਸ਼ਟੀ ਨੂੰ ਵੀ। ਤਾਂ ਹੀ ਇਸ ਨੂੰ ਇੱਕ ਮਾਈਥੋਲੋਜੀ ਵਿੱਚ ਪ੍ਰਾਣਾਯਾਮ ਵੀ ਕਿਹਾ ਹੈ। ਪ੍ਰਾਣ ਦਾ ਸੋਰਸ ਸਵਾਸ। ਮੈਂ ਲੈਂਦਾ ਹਾਂ, ਮੈਨੂੰ ਆਉਂਦਾ ਹੈ, ਮੈਂ ਲੈਂਦਾ ਨਹੀਂ ਹਾਂ। ਅਗਰ ਮੈਨੂੰ ਇਹਦੀ ਕੰਟਰੋਲ ਹੋਏ ਤਾਂ ਮੈਂ ਜਦੋਂ ਚਾਹਾਂ ਰੋਕ ਸਕਾਂ, ਪਰ ਮੈਂ ਰੋਕ ਨਹੀਂ ਪਾਉਂਦਾ। ਇਹ ਸਵਾਸ ਮੈਨੂੰ ਆਉਂਦੇ ਹਨ ਔਰ ਜਦੋਂ ਇਹ ਮੁੱਕਣਗੇ ਉਸ ਤੋਂ ਬਾਅਦ ਮੈਂ ਲੈ ਵੀ ਨਹੀਂ ਪਾਵਾਂਗਾ। ਮੇਰਾ ਕੰਟਰੋਲ ਇਸ 'ਤੇ ਬਿਲਕੁਲ ਨਹੀਂ ਹੈ। ਤਾਂ ਮਹਾਰਾਜ ਕਹਿੰਦੇ ਨੇ ਇਹ ਉਸ ਅਵਸਥਾ ਤੋਂ ਉਜਾਗਰਿਤ ਹੁੰਦਾ ਹੈ ਸਵਾਸ। ਸੁਣਨ ਦੀ ਅਵਸਥਾ ਤੋਂ ਆ ਰਿਹਾ ਹੈ, ਨਿਰੰਕਾਰ ਤੋਂ ਆ ਰਿਹਾ ਹੈ, ਉਸ ਅਨਡਿਫਾਈਨਡ ਤੋਂ ਆ ਰਿਹਾ ਹੈ। ਇਹ ਫਾਊਂਡੇਸ਼ਨ ਹੈ ਮੇਰੇ ਜੀਵਨ ਦੀ, ਮੇਰੇ ਸਵਾਸ ਦੀ। ਗੁਰਮੁਖ ਬੋਲੇ ਤਤ ਬਿਰੋਲੇ, ਚੀਨੇ ਅਲਖ ਅਪਾਰੋ। ਅਲਖ ਔਰ ਅਪਾਰ ਨੂੰ ਜਾਣ ਲਿਆ ਹੈ। ਤੱਤ ਨੂੰ, ਤੱਤ ਨਾਲ ਧਿਆਨ ਲਗਾਇਆ ਹੈ, ਜੀਵਨ ਦੇ ਤੱਤ ਵਿੱਚ ਧਿਆਨ ਲਗਾਇਆ ਹੈ, ਤਾਂ ਉੱਥੋਂ ਭੇਦ ਖੁੱਲ੍ਹ ਗਿਆ ਹੈ। ਤੱਤ ਬਿਰੋਲੇ, ਤੱਤ ਨੂੰ ਫਿਰੋਲਿਆ ਹੈ, ਤੱਤ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਹੈ, ਤੱਤ ਵੱਲ ਟੁਰੇ ਹਾਂ, ਤੱਤ ਵੱਲ ਊਰਜਾ ਲਗਾਈ ਹੈ, ਤੱਤ ਵੱਲ ਸ਼ਕਤੀ ਲਗਾਈ ਹੈ, ਤੱਤ ਵੱਲ ਐਫਰਟ ਕੀਤਾ ਹੈ। ਜਤ ਪਹਾਰਾ ਧੀਰਜ ਸੁਨਿਆਰ, ਯਤਨ ਕੀਤਾ ਹੈ। ਤਾਂ ਕੀ ਹੋਇਆ? ਚੀਨੇ ਅਲਖ ਅਪਾਰੋ, ਜਾਣ ਲਿਆ ਉਸ ਅਲਖ ਨੂੰ, ਉਸ ਅਪਾਰ ਨੂੰ ਜਾਣ ਲਿਆ। ਸਾਹਿਬ ਜੋ ਸਾਨੂੰ ਨਰੇਟ ਕਰ ਰਹੇ ਹਨ, ਸਾਨੂੰ ਬਹੁਤ ਦੂਰ ਦਿਖਦੀ ਹੈ, ਪਰ ਸਾਹਿਬ ਦੀ ਗੱਲ ਸੁਣ ਕੇ ਨੇੜੇ ਲੱਗਦੀ ਹੈ। ਇਹ ਮਨ ਦੀ ਅਵਸਥਾ ਬ੍ਰਹਮ ਗਿਆਨ ਦੀ ਹੈ। ਬ੍ਰਹਮ ਗਿਆਨ ਦੀ ਗੱਲ ਸਾਹਿਬ ਚਲਾ ਰਹੇ ਹਨ। ਇਹ ਬਾਣੀ ਬੜੀ ਨਿਰਾਲੀ ਹੈ। ਇਸ ਤਰ੍ਹਾਂ ਸਾਨੂੰ ਉਹਨਾਂ ਇਨਰ ਸਪਿਰਿਚੁਅਲਿਟੀਜ਼ ਦੇ ਇਸ਼ੂਜ਼ ਰੇਜ਼ ਕਰਕੇ ਆਨਸਰ ਕਰਦੀ ਹੈ ਜਿਹੜੇ ਸ਼ਾਇਦ ਕੋਈ ਵੀ ਅੱਜ ਜੀਵਤ ਇਨਸਾਨ ਸਾਨੂੰ ਨਾ ਦੱਸ ਸਕੇ। ਔਰ ਜੋ ਤੱਤ ਹੈ ਗੁਰੂ ਨਾਨਕ ਦੇ ਧਰਮ ਦਾ, ਗੁਰੂ ਨਾਨਕ ਦੇ ਘਰ ਦਾ, ਉਹ ਸਾਹਿਬ ਰੀਇਨਫੋਰਸ ਬਾਰ-ਬਾਰ ਕਰ ਰਹੇ ਹਨ ਤਾਂ ਕਿ ਉਸ ਦੇ ਨਾਲ ਸਾਨੂੰ ਵਾਹ ਜ਼ਰੂਰ ਪਏ। ਸ਼ਬਦ ਔਰ ਨਾਮ। ਕਿਵੇਂ ਜਾਏਗਾ ਹੰਕਾਰ ਸਾਹਿਬ? ਮਹਾਰਾਜ ਕਹਿੰਦੇ ਨੇ ਤ੍ਰੈ ਗੁਣ ਮੇਟੇ ਸ਼ਬਦ ਵਸਾਏ। ਸ਼ਬਦ ਦੇ ਵਿੱਚ ਮਨ ਵਸ ਗਿਆ, ਤਿੰਨੋਂ ਗੁਣ, ਡਿਫਾਈਨਡ ਗੁਣ ਮਿਟ ਜਾਣਗੇ। ਇਸ ਤੋਂ ਬਿਯੋਂਡ ਚਲੇ ਜਾਵਾਂਗੇ। ਰਜੋ ਤਮੋ ਸਤੋ ਗੁਣ। ਚਲੋ ਮੈਂ ਸਮਝਦਾ ਅਸੀਂ ਇਸ ਤਰ੍ਹਾਂ ਸਮਝੀਏ ਕਿ ਡਿਫਾਈਨਡ ਮਾਈਂਡ, ਜਿੱਥੇ ਅਸੀਂ ਜੱਜ ਕਰ ਰਹੇ ਹਾਂ ਮਾਈਂਡ ਨੂੰ, ਕੰਡੀਸ਼ਨਡ ਮਾਈਂਡ ਹੈ, ਇਹ ਬਹਿ ਜਾਏਗਾ ਸ਼ਬਦ ਦੇ ਨਾਲ। ਤਾਂ ਮਨ ਚੁੱਕ ਕੇ ਹੰਕਾਰੋ, ਤਾਂ ਹੰਕਾਰ ਵੀ ਨਿਕਲ ਗਿਆ। ਮਨ ਤੋਂ ਈਗੋ ਚਲੀ ਗਈ, ਈਗੋ ਬੇਸਡ ਮਾਈਂਡ ਹੀ ਬਹਿ ਗਿਆ। ਸੁਣਨ 'ਚ ਬੜੀ ਸਿੰਪਲ ਲੱਗਦੀ ਹੈ, ਪਰ ਕਮਾਣ ਵਿੱਚ ਸਾਹਿਬ ਕਹਿੰਦੇ ਹਨ ਇਹ ਪ੍ਰਾਪਤੀ ਹੋ ਸਕਦੀ ਹੈ। ਤ੍ਰੈ ਗੁਣ ਮੇਟੇ ਸ਼ਬਦ ਵਸਾਏ। ਇਹਨਾਂ ਤਿੰਨਾਂ ਪਦਿਆਂ ਵਿੱਚ ਬਾਰ-ਬਾਰ ਸ਼ਬਦ ਦੀ ਗੱਲ, ਹਰ 2 ਲਾਈਨ ਬਾਅਦ ਸ਼ਬਦ ਦੀ ਗੱਲ ਸਾਹਿਬ ਚਲਾ ਰਹੇ ਹਨ। ਇਹ ਕੋਈ ਇਸ ਤਰ੍ਹਾਂ ਦੀ ਗੱਲ ਲੱਗਦੀ ਹੈ ਕਿ ਜਿਵੇਂ ਹਜ਼ੂਰ ਆਪਣੀ ਨਰੇਸ਼ਨ ਦੇ ਵਿੱਚ ਸਾਨੂੰ ਧਰਮ ਦੀ ਉਹ ਗੱਲ ਸਮਝਾ ਰਹੇ ਹਨ ਜਿਹੜੀ ਸਾਡੇ ਲਈ ਜ਼ਰੂਰੀ ਹੈ। ਹੁਣ ਤੀਜੀ ਪ੍ਰਸ਼ਨ ਜਿਹੜਾ ਸੀ, ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਤਾਂ ਸਾਹਿਬ ਦੱਸਦੇ ਹਨ ਤ੍ਰੈ ਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੁੱਕੇ ਹੰਕਾਰੋ। ਇਹ ਉਹਦਾ ਜਵਾਬ ਹੈ। ਉਸ ਦੇ ਵਿੱਚ ਕਿਵੇਂ ਮਨ ਲੱਗੇਗਾ, ਸਥਿਰ ਕਿਵੇਂ, ਸਟੇਬਲ ਕਿਵੇਂ ਹੋ ਜਾਏਗਾ। ਮਹਾਰਾਜ ਕਹਿੰਦੇ ਨੇ ਤਿੰਨਾਂ ਗੁਣਾਂ ਨੂੰ ਮੇਟ ਦੇ, ਇਸ ਦੇ ਬਿਯੋਂਡ ਚਲੇ ਜਾ। ਮਨ ਦੇ ਵਿੱਚ ਇੱਕ ਐਸੀ ਡਾਇਮੈਂਸ਼ਨ ਹੈ ਜਿਹਦੇ ਵਿੱਚ ਕੋਈ ਥਾਟ ਨਹੀਂ ਹੈ, ਜਿਹਦੇ ਵਿੱਚ ਕੁਝ ਡਿਫਾਈਨਡ ਨਹੀਂ ਹੈ, ਜਿੱਥੇ ਨਾਮ ਸਾਨੂੰ ਲਿਜਾ ਸਕਦਾ ਹੈ, ਜਿਸ ਰਸਤੇ ਸ਼ਬਦ ਸਾਨੂੰ ਅੰਤਰ ਵਿੱਚ, ਸਬਕੌਨਸ਼ੀਅਸ ਵਿੱਚ ਉਤਾਰ ਸਕਦਾ ਹੈ। ਜਿੱਥੇ ਸ਼ਬਦ ਵਸਾਏ ਤਾਂ ਮਨ ਤੋਂ ਹੰਕਾਰ ਤੋਂ ਪਰੇ ਚਲੇ ਜਾਵਾਂਗੇ।
ਉੱਥੇ ਮੈਂ ਨਹੀਂ ਹੋਵਾਂਗਾ, ਨਾਮ ਹੋਏਗਾ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਵਸੇ ਇੱਕ ਥਾਂ। ਅਸੀਂ ਇਹਦੇ ਲਈ ਆਏ ਹਾਂ, ਇਹਦੇ ਲਈ ਸਰੀਰ ਧਾਰਿਆ ਹੈ। ਇਹ ਮੇਨ ਪ੍ਰੋਜੈਕਟ ਹੈ ਲਾਈਫ ਦਾ। ਇਹ ਪੱਲੇ ਬੰਨ੍ਹ ਲੈਣੀ ਗੱਲ ਬਣਦੀ ਹੈ। ਜੀਵਨ ਵਿੱਚ ਇਹ ਕਮਾਉਣਾ ਬਣਦਾ ਹੈ। ਇਹ ਤੀਸਰੇ ਪ੍ਰਸ਼ਨ ਦਾ ਉੱਤਰ ਹੈ, ਬੋਲੇ ਖੇਲੇ ਅਸਥਿਰ ਹੋਵੇ, ਕਿਉਂ ਕਰ ਅਲਖ ਲਖਾਏ। ਤ੍ਰੈਗੁਣ ਮੇਟੇ ਸ਼ਬਦ ਵਸਾਏ, ਤਾਂ ਮਨ ਚੂਕੇ ਹੰਕਾਰੋ। ਤ੍ਰੈਗੁਣ ਮੇਟੇ ਸ਼ਬਦ ਵਸਾਏ, ਇਹ ਜਿਹੜੀ ਅਵਸਥਾ ਹੈ ਮਨ ਦੀ, ਬ੍ਰਹਮ ਗਿਆਨ ਦੀ ਅਵਸਥਾ ਦੀ ਗੱਲ ਕਰ ਰਹੇ ਹਨ ਸਾਹਿਬ। ਬੜਾ ਮੈਟਰ ਆਫ ਫੈਕਟਲੀ, ਜਿਸ ਨੂੰ ਗਿਆਨ ਹੈ ਉਹਨੂੰ ਗਿਆਨ ਹੈ, ਜਿਹਨੂੰ ਨਹੀਂ ਹੈ ਉਹਦੇ ਕੋਲ ਗੱਲਾਂ ਨੇ। ਅੱਜ ਦੇ ਗੁਰੂਆਂ ਕੋਲ ਜਾਵਾਂਗੇ, ਪਹਿਲੇ ਤੁਹਾਨੂੰ ਖਾਣਾ ਪੀਣਾ ਦੱਸਣਾ ਸ਼ੁਰੂ ਕਰ ਦਿੰਦੇ ਆ। ਸਾਹਿਬ ਨੇ ਬੜੀ ਕਲੀਅਰ ਗੱਲ ਕੀਤੀ ਹੈ। ਮੂਰਖ ਹਨ ਜਿਹੜੇ ਉਲਝ ਰਹੇ ਹਨ ਇਹਨਾਂ ਇਸ਼ੂਜ਼ 'ਤੇ। ਸਪਿਰਿਚੁਅਲਿਟੀ ਦੀ ਕੋਈ ਇਹੋ ਜਿਹੀ ਕੰਡੀਸ਼ਨਸ ਨਹੀਂ ਹਨ। ਇਹ ਗੁਰੂ ਨਾਨਕ ਦੀ ਆਜ਼ਾਦੀ, ਜਿਹੜਾ ਜਾਣਦਾ ਹੈ ਮਾਸ ਮਾਸ ਕਰ ਮੂਰਖ ਉਲਝੇ। ਇਹ ਮੂਰਖਾਂ ਦੀ ਗੱਲ ਹੈ। ਹਾਲੇ ਵੀ ਦੁਨੀਆ ਉਸੇ ਪਾਸੇ ਟੁਰੀ ਫਿਰਦੀ ਹੈ, ਕਿਉਂਕਿ ਗਿਆਨ ਨਹੀਂ ਹੈ। ਗੱਲਾਂ ਨਾਲ ਪਰਚਾਣਾ ਹੈ ਦੁਨੀਆ ਨੂੰ, ਫਿਰ ਗੱਲਾਂ ਹੀ ਬਣਾਉਣੀਆਂ ਪੈਂਦੀਆਂ। ਅਡੰਬਰ ਜਿਹਾ ਖੜਾ ਕਰਨਾ ਪੈਂਦਾ ਹੈ। ਤਤ ਗਿਆਨ ਕਿੱਥੇ ਹੈ? ਦੇਖੋ ਸਾਹਿਬ ਕਿਵੇਂ ਪਿਆਰ ਨਾਲ ਸਮਝਾ ਰਹੇ ਹਨ। ਤ੍ਰੈਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੁੱਕੇ ਹੰਕਾਰੋ। ਤਾਂ ਮਨ ਤੋਂ ਹੰਕਾਰ ਚੁੱਕ ਜਾਏਗਾ, ਚਲਾ ਜਾਏਗਾ। ਇਹ ਅਵਸਥਾ ਹੈ ਮਨ ਦੀ, ਇਹਨੂੰ ਕਮਾਣਾ ਬਣਦਾ ਹੈ। ਮਹਾਰਾਜ ਕਹਿੰਦੇ ਹਨ, ਅੰਤਰ ਬਾਹਰ ਇੱਕੋ ਜਾਣੇ, ਤਾਹਰ ਨਾਮ ਲੱਗੇ ਪਿਆਰੋ। ਅੰਤਰ ਬਾਹਰ ਇੱਕੋ ਜਾਣੇ। ਹੁਣ ਤਾਂ ਸਰੀਰ ਦਾ, ਬਾਹਰ ਦਾ ਔਰ ਅੰਦਰ ਦਾ ਭੇਦ ਵੀ ਮਿਟ ਗਿਆ ਕਹਿੰਦੇ ਹਨ। ਫਿਰ ਤਾਹਰ ਨਾਮ ਲੱਗੇ ਪਿਆਰੋ, ਪ੍ਰੇਮ ਉਤਰ ਗਿਆ ਹੈ ਮਨ ਵਿੱਚ। ਬਿਨਾਂ ਕਾਰਨ ਪ੍ਰੇਮ ਹੈ। ਸਾਊਂਡ ਵਿਦਾਊਟ ਸੋਰਸ, ਅਨਾਹਦ ਬਾਣੀ। ਲਾਈਟ ਵਿਦਾਊਟ ਸੋਰਸ, ਮਨ ਤੋਂ ਜੋਤ ਸਰੂਪ ਹੈ। ਔਰ ਤੀਸਰਾ ਪ੍ਰਸ਼ਨ ਇਹੀ ਹੈ, ਪਿਆਰ, ਪ੍ਰੇਮ ਬਿਨਾਂ ਕਾਰਨ, ਆਨੰਦ ਬਿਨਾਂ ਕਾਰਨ, ਹੈਪੀਨੈਸ ਵਿਦਾਊਟ ਰੀਜ਼ਨ। ਮਹਾਰਾਜ ਨੇ ਹੁਣ ਇੱਕ ਗੱਲ ਚਲਾਈ ਹੈ, ਸੁਖਮੰਨਾ, ਈੜਾ ਔਰ ਪਿੰਗਲਾ। ਇਹ ਤਿੰਨ ਨਾੜੀਆਂ ਯੋਗ ਮਤ ਵਿੱਚ ਹਨ, ਜਿਸ ਨੂੰ ਯੋਗੀ ਕਹਿੰਦੇ ਹਨ, ਅਸੀਂ ਕਮਾਉਂਦੇ ਹਾਂ। ਸੁਖਮੰਨਾ ਨੂੰ ਖੋਲ੍ਹਣ ਵਾਸਤੇ, ਸੁਖਮਨਾ ਨਾੜੀ ਦਾ ਰਿਲੇਸ਼ਨ ਆਨੰਦ ਦੀ ਬਾਣੀ ਨਾਲ ਹੈ। ਸੁਖਮਨਾ, ਜਦੋਂ ਮਨ ਦੇ ਅੰਦਰ ਵਸਿਆ ਸੁੱਖ ਖੁੱਲ੍ਹ ਗਿਆ, ਈੜਾ ਪਿੰਗਲਾ ਦੇ ਜ਼ਰੀਏ ਇਹ ਉਸ ਸੁਖਮਨਾ ਨੂੰ ਖੋਲ੍ਹਣ ਦੇ ਵਿੱਚ ਲੱਗਦੇ ਹਨ। ਗੁਰੂ ਕਹਿੰਦਾ ਉਹ ਗੁਰੂ ਨੂੰ ਮਿਲਣ 'ਤੇ ਖੁੱਲ੍ਹ ਜਾਂਦੀ ਹੈ। ਇਹ ਫਰਕ ਹੈ ਯੋਗੀ ਮਤ ਔਰ ਸਿੱਖ ਮਤ ਵਿੱਚ, ਨਾਨਕ ਮਤ ਵਿੱਚ। ਅਸੀਂ ਨਾਮ ਨਾਲ, ਨਜ਼ਰ ਦੀ ਉਡੀਕ ਨਾਲ ਖੋਲ੍ਹਦੇ ਹਾਂ। ਗੁਰੂ ਯੋਗੀ ਕਹਿੰਦਾ ਮੈਂ ਧੱਕੇ ਨਾਲ ਖੋਲ੍ਹਾਂਗਾ। ਮਹਾਰਾਜ ਕਹਿੰਦੇ ਹਨ ਕਿ ਸੁਖਮਨਾ, ਈੜਾ ਪਿੰਗਲਾ ਬੂਝੇ, ਇਹ ਤਿੰਨਾਂ ਦਾ ਗਿਆਨ ਹੋ ਜਾਂਦਾ ਹੈ। ਜਾਂ ਆਪੇ ਅਲਖ ਲਖਾਏ, ਜਦੋਂ ਆਪੇ ਅਲਖ ਲਖਾਏ, ਜਦੋਂ ਉਹ ਨਜ਼ਰ ਕਰਦਾ ਹੈ ਤਾਂ। ਭਾਈ ਗੁਰਦਾਸ ਈੜਾ ਪਿੰਗਲਾ ਦੀ ਗੱਲ ਚਲਾਉਂਦੇ ਹਨ। ਉਹ ਇਹ ਕਹਿੰਦੇ ਹਨ, ਈੜਾ ਪਿੰਗਲਾ ਸੁਖਮਨਾ ਲਿੰਗ, ਤ੍ਰਿਵੇਣੀ ਨਿਜ ਘਰ ਆਵੇ। ਇਹ ਤਿੰਨਾਂ ਨੇ ਇਹ ਤ੍ਰਿਕੁਟੀ ਦੇ ਵਿੱਚ ਮਿਲ ਜਾਂਦੀਆਂ ਹਨ, ਜਿੱਥੇ ਥਰਡ ਆਈ ਜਿਸ ਨੂੰ ਕਹਿੰਦੇ ਹਨ। ਤ੍ਰਿਵੇਣੀ ਨਿਜ ਘਰ ਆਵੇ, ਇਹ ਤਿੰਨਾਂ ਦਾ ਮਿਲਣ ਤ੍ਰਿਕੁਟੀ 'ਤੇ ਹੋ ਰਿਹਾ ਹੈ, ਜਿਸ ਨੂੰ ਤ੍ਰਿਵੇਣੀ ਕਹਿੰਦੇ ਹਨ। ਐਸੇ ਕਰਕੇ ਇਹ ਤ੍ਰਿਵੇਣੀ ਸੰਗਮ ਨੂੰ ਸੈਲੀਬਰੇਟ ਕੀਤਾ ਜਾਂਦਾ ਹੈ। ਸਿੰਬੋਲਿਕ ਹੈ। ਇਹ ਚੀਜ਼ ਤਾਂ ਭੁੱਲ ਗਈ ਦੁਨੀਆ, ਉੱਥੇ ਉਸ ਚੀਜ਼ ਨੂੰ ਯਾਦ ਕਰਦੇ ਹੈ। ਫਿਰ ਭਾਈ ਗੁਰਦਾਸ ਕਹਿੰਦੇ, ਈੜਾ ਪਿੰਗਲਾ ਸੁਖਮਨਾ, ਤ੍ਰਿਕੁਟੀ ਲਿੰਗ ਤ੍ਰਿਵੇਣੀ ਨਾਏ, ਗੁਰਮੁਖ ਇੱਕ ਮਨ ਇੱਕ ਧਿਆਏ। ਗੁਰਮੁਖ ਇਹਨਾਂ ਦੇ ਪਾਰ ਜਾਂਦਾ ਹੈ, ਉੱਪਰ।
ਇਹਦੀ ਇਕਾਗਰਤਾ ਵਿੱਚ ਰਹਿੰਦਾ ਹੈ। ਇੱਥੇ ਨਿਜ ਘਰ ਹੈ, ਤ੍ਰਿਵੇਣੀ ਨਿਜ ਘਰ ਆਵੇ। ਇਹ ਜਿਹੜੀ ਤ੍ਰਿਕੁਟੀ ਹੈ ਇਸ ਤੋਂ ਬਿਯੋਂਡ, ਜਿਸ ਨੂੰ ਦਸਮ ਦੁਆਰ ਸਾਹਿਬ ਨੇ ਕਿਹਾ ਹੈ ਸਾਡੇ ਮਤ ਵਿੱਚ। ਪਰ ਗੱਲ ਕੀ ਹੈ ਕਿ ਇਸ ਨੂੰ ਖੋਲ੍ਹਣਾ ਕਿਵੇਂ ਹੈ? ਮਹਾਰਾਜ ਕਹਿੰਦੇ ਨਜ਼ਰ ਨਾਲ ਖੁੱਲ੍ਹਦਾ ਹੈ। ਯੋਗੀ ਕਹਿੰਦੇ ਅਸੀਂ ਧੱਕੇ ਨਾਲ ਖੋਲ੍ਹ ਲਾਂਗੇ। ਇਹ ਬੇਸਿਕ ਆਈਡੀਓਲੋਜੀ ਦਾ ਫਰਕ ਹੈ ਕਿ ਮੇਰੇ ਕਰਨ ਨਾਲ ਹੋਏਗਾ, ਤਾਂ ਫਿਰ ਉਹ ਹੰਕਾਰ ਨੂੰ ਵਧਾਉਂਦਾ ਹੈ। ਉਹਦੀ ਨਜ਼ਰ ਨਾਲ ਹੋ ਰਿਹਾ ਹੈ। ਜਦ ਸਵਾਸ ਹੀ ਉਹ ਚਲਾ ਰਿਹਾ ਹੈ ਤਾਂ ਹੋਰ ਕੀ ਹੈ ਜੋ ਮੈਂ ਕਰ ਰਿਹਾ ਹਾਂ? ਉਹਨਾਂ ਸਵਾਸਾਂ ਨੂੰ ਵਰਤ ਕੇ ਹੀ ਤਾਂ ਮੈਂ ਸਭ ਕੁਝ ਕਰ ਰਿਹਾ ਜੀਵਨ ਵਿੱਚ। ਜਦੋਂ ਉਹਨਾਂ ਸਵਾਸਾਂ 'ਤੇ ਮੈਨੂੰ ਕੰਟਰੋਲ ਨਹੀਂ ਹੈ, ਤਾਂ ਫਿਰ ਜੋ ਮੂਲ ਕੰਟਰੋਲ ਹੈ ਲਾਈਫ ਦਾ, ਉਹੀ ਨਿਰੰਕਾਰ ਦੇ ਹੱਥ ਵਿੱਚ ਹੈ। ਮੇਰੇ ਹੱਥ ਵਿੱਚ ਹੈ ਕੀ ਫਿਰ? ਸੁਖ ਮਨਾ ਈੜਾ ਪਿੰਗਲਾ ਬੂਝੇ, ਜਾਂ ਆਪੇ ਅਲਖ ਲਖਾਏ। ਉਸ ਅਲਖ ਨੂੰ ਜਾਣ ਲਿਆ, ਇਸ ਈੜਾ ਪਿੰਗਲਾ ਨੂੰ ਨਜ਼ਰ ਨਾਲ ਜਾਣ ਕੇ। ਨਾਨਕ ਤਹਿ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਇਹਦੇ ਉੱਪਰ ਕਹਿ ਰਹੇ ਹਨ ਮਹਾਰਾਜ, ਇਹਦੇ ਉੱਪਰ ਸਾਚਾ ਹੈ, ਤ੍ਰਿਕੁਟੀ ਤੋਂ ਪਰੇ। ਨਾਨਕ ਤਹਿ ਤੇ ਉੱਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਜਦੋਂ ਸ਼ਬਦ ਵਿੱਚ ਸਮਾ ਜਾਂਦੇ ਹਾਂ, ਗੁਰੂ ਦੇ ਸ਼ਬਦ ਵਿੱਚ, ਤਾਂ ਉਸ ਸੱਚ ਨੂੰ ਪਾ ਲੈਂਦੇ ਹਾਂ ਜਿਹੜਾ ਇਸ ਤੋਂ ਵੀ ਪਰੇ ਹੈ। ਸਾਨੂੰ ਵਿਧੀ ਕਿਹੜੀ ਵਰਤਣੀ ਹੈ? ਮਹਾਰਾਜ ਕਹਿੰਦੇ ਨਾਮ ਅਭਿਆਸ, ਸ਼ਬਦ ਅਭਿਆਸ। ਹਰ ਪਦੇ ਵਿੱਚ ਘੱਟੋ ਘੱਟ 2 ਵਾਰ ਸ਼ਬਦ ਵਰਤਿਆ ਹੈ। ਸ਼ਬਦ ਸਮਾਏ, ਸ਼ਬਦ ਵਸਾਏ। ਅਨਹਦ ਬਾਣੀ ਸ਼ਬਦ ਸੁਣਾਇਆ। ਇਹ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ। ਸ਼ਬਦ ਜਿਹੜਾ ਹੈ ਉਹ ਗੁਰੂ ਸੁਣਾਉਂਦਾ ਹੈ, ਫਿਰ ਮਨ ਨੂੰ ਜਗਾ ਦਿੰਦਾ ਹੈ। ਫਿਰ ਪਰ ਅਭਿਆਸ ਸਾਨੂੰ ਉੱਪਰੋਂ ਸ਼ੁਰੂ ਕਰਨਾ ਪਏਗਾ, ਵੈਖਰੀ ਬਾਣੀ ਤੋਂ ਮਨ ਨਾਲ ਕਨੈਕਟ ਕਰਨਾ ਪਏਗਾ। ਪੂਰੇ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਸ਼ਬਦ ਸੁਣਾਇਆ, ਹਉ ਸਦ ਬਲਿਹਾਰੇ ਜਿਆਓ। ਇੱਕ ਚੀਜ਼ ਜਿਹੜੀ ਪੱਲੇ ਬੰਨ੍ਹਣੀ ਹੈ, ਨਾਮ ਔਰ ਸ਼ਬਦ ਦਾ ਅਭਿਆਸ ਸਭ ਦਰਵਾਜ਼ੇ ਜੀਵਨ ਦੇ ਖੋਲ੍ਹ ਦਿੰਦਾ ਹੈ। ਉਹ ਰੂਟ ਵਿੱਚ, ਰੈਸਟਡ ਰੂਟ ਵਿੱਚ ਹੈ। ਈੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਇੱਕ ਠਾਏ। ਜਦੋਂ ਇੱਕ ਹੋ ਜਾਂਦੇ ਹਨ ਮਹਾਰਾਜ ਦੀ ਕਿਰਪਾ ਨਾਲ, ਅਸੀਂ 60ਵਾਂ ਪਦਾ 'ਚ ਵਿਚਾਰ ਚੁੱਕੇ ਹਾਂ। ਹਜ਼ੂਰ ਦਾ ਅਪਾਰ ਪ੍ਰੇਮ ਹੈ। ਇਹੋ ਜਿਹੀ ਨਿਰਾਲੀ ਬਾਣੀ ਉਹਨਾਂ ਨੇ ਸਾਡੇ ਸਾਹਮਣੇ ਰੱਖੀ ਹੈ। ਗੁਰੂ ਨਾਨਕ ਦੇ ਘਰ ਦੀ ਥਾਟ, ਗੁਰੂ ਸਾਹਿਬ ਦੇ ਆਪਣੇ ਵਿਚਾਰ ਸਾਨੂੰ ਅਧਿਆਤਮ ਵੱਲ ਪ੍ਰੇਰਦੇ ਹਨ। ਕਿਵੇਂ ਬ੍ਰਹਮ ਗਿਆਨ ਨੂੰ ਜਾਣ ਸਕਦੇ ਹਾਂ, ਕਿਵੇਂ ਅਸੀਂ ਅੰਤਰ ਦੇ ਦਰਵਾਜ਼ੇ ਖੋਲ੍ਹ ਸਕਦੇ ਹਾਂ। ਇੱਕ ਬਹੁਤ ਹੀ ਵੱਡੀ ਗੱਲ ਹੈ। ਇਹ ਓਪਰਚੁਨਿਟੀ ਬੜੀ ਕਿਰਪਾ ਨਾਲ ਸਾਨੂੰ ਮਿਲੀ ਹੈ। ਧੰਨਵਾਦੀ ਹਾਂ ਆਪ ਸਭ ਦਾ, ਗੁਰੂ ਦਾ, ਗੁਰੂ ਦੇ ਪ੍ਰੇਮ ਦਾ। ਵਿਚਾਰ ਕਰਦੇ ਕਰਦੇ ਮੈਂ ਕਦੇ ਵੀ ਜਸਟਿਸ ਨਹੀਂ ਕਰ ਪਾਵਾਂਗਾ, ਔਰ ਮੈਂ ਅਨੇਕਾਂ ਹੀ ਭੁੱਲਾਂ ਕੀਤੀਆਂ ਹਨ। ਆਪ ਮਾਫੀ ਦੇਣਾ। ਅੱਜ ਦੀ ਬਾਣੀ ਦੇ ਵਿਚਾਰ ਇੱਥੇ ਤੱਕ ਅੱਜ ਪ੍ਰਵਾਨ ਕਰਨਾ ਮਹਾਰਾਜ। ਆਪ ਸੁਧਾਰ ਜ਼ਰੂਰ ਕਰਨਾ। ਕੋਈ ਪ੍ਰਸ਼ਨ ਹੋਏ, ਕੋਈ ਗੱਲ ਸ਼ੇਅਰ ਕਰਨਾ ਚਾਹੋ, ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।